ਵਿੱਚ ਹੋਈ ਮੀਟਿੰਗ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ SYL ਦੇ ਇਸ਼ੂ ਨੂੰ ਇੱਕ ਨਵਾਂ ਇੰਪੈਕਟਫੁਲ ਸਪਿਨ ਦਿੱਤਾ ਤਾਂ ਕਿਤੇ ਨਾ ਕਿਤੇ ਫਿਰ ਜੇ ਅਦਾਲਤੀ ਫੈਸਲੇ ਹਰਿਆਣੇ ਦੇ ਹੱਕ ਵਿੱਚ ਹੈ ਤਾਂ ਫਿਰ ਉਹਨੂੰ ਲਾਗੂ ਕਰਾਉਣ ਲਈ ਕੋਈ ਜ਼ੋਰ ਜ਼ਬਰਦਸਤੀ ਕਰਨੀ ਪਏਗੀ। ਜ਼ਮੀਨੀ ਪੱਧਰ ਉੱਤੇ ਉਹਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੈਕਲੈਸ਼ ਹੋਣਾ ਹੈ। ਇਸ ਮੁੱਦੇ ਉੱਤੇ ਪਹਿਲਾਂ ਹੀ ਕਿਹਾ ਜਾਂਦਾ ਕਿ ਖੂਨ ਦੀਆਂ ਅਸੀਂ ਨਦੀਆਂ ਬਹਾਉਣ ਨੂੰ ਤਿਆਰ ਬੈਠੇ ਹਾਂ ਤੇ ਇਵਨ ਹਰਿਆਣੇ ਦੇ ਵਿੱਚ ਵੀ ਨੈਰੇਟਿਵ ਚੱਲਦਾ ਵੀ ਇੱਕ ਵੀ ਤੁਪਕਾ ਨਹੀਂ ਜਾਣ ਦਿਆਂਗੇ ਜੀ, ਖੂਨ ਬਹਾ ਆਪਣਾ ਸ਼ੁਭ ਕਰਵਨ ਜੇ ਸੋਲੂਸ਼ਨ ਮੇਰੇ ਕੋਲ ਹੋਵੇ। ਹਾਲਾਂਕਿ ਮੇਰੇ ਕੋਲ ਕੁਝ ਆਈਡੀਆਜ਼ ਹੈਗੇ ਨੇ, ਲੇਕਿਨ ਜੇ ਮੇਰੇ ਕੋਲ ਹੋਵੇ ਤਾਂ ਮੈਂ ਚਾਹਾਂਗਾ ਕਿ ਮੈਨੂੰ ਉਸ ਤੁਸੀਂ ਪੋਜੀਸ਼ਨ ਤੇ ਰੱਖੋ ਜਿੱਥੇ ਕਿ ਮੈਂ ਗੱਲ ਕਰਨ ਜੋਗਾ ਹੋਵਾਂ। ਸੁਪਰੀਮ ਕੋਰਟ ਨੂੰ ਕੀ ਲੋੜ ਪਈ ਸੀ ਜਾਂ ਉਹਨਾਂ ਦੇ ਕੀ ਦਬਾਅ ਹੈ ਕਿ ਆਪਣੇ ਹੀ ਫੈਸਲੇ ਦੇ ਉੱਤੇ ਉਹਨਾਂ ਨੂੰ ਸਰਕਾਰਾਂ ਦੀ ਵਫਦਾਂ ਨੂੰ ਬਿਠਾਉਣਾ ਪੈ ਰਿਹਾ। ਕਨਸਟੀਟਿਊਸ਼ਨਲੀ ਸਰਕਾਰ ਟੁੱਟ ਵੀ ਸਕਦੀ ਹੈ ਜੇ ਸੁਪਰੀਮ ਕੋਰਟ ਕਹੇ ਤੇ ਸਰਕਾਰ ਉਸ ਦੀ ਪਾਲਣਾ ਨਹੀਂ ਕਰ ਸਕਦੀ। ਕੋਈ ਵੀ ਸਰਕਾਰ ਪੰਜਾਬ ਦੀ ਭੰਗ ਹੋ ਸਕਦੀ ਹੈ। ਭਗਵੰਤ ਮਾਨ ਨੇ ਆਪਣੇ ਮੂੰਹ ਤੋਂ ਇੱਕ ਫੈਂਸੀ ਜਿਹੜਾ SYL ਦਾ YSL ਟਰਮ ਕੱਢਦੀ ਹੈ ਜੋ ਕਿ ਸਾਡੇ ਪੱਤਰਕਾਰਾਂ ਨੂੰ ਜਾਂ ਸਾਨੂੰ ਕਾਫੀ ਜ਼ਿਆਦਾ ਆਕਰਸ਼ਿਤ ਕਰ ਰਹੀ ਹੈ। ਇਹਦੇ ਚ ਆਕਰਸ਼ਣ ਵਾਲੀ ਕੋਈ ਗੱਲ ਨਹੀਂ ਹੈ। ਪੰਜਾਬ 'ਚ ਮੌਜੂਦ ਹਰ ਇੱਕ ਪਾਰਟੀ ਪੰਜਾਬ ਦੇ ਰਾਖੇ ਦੀ ਬਹਿਸ ਦੇ ਅੰਦਰ ਅਪਰ ਹੈਂਡ ਚਾਹੁੰਦੀ ਹੈ। ਹਾਲ ਹੀ ਵਿੱਚ ਹੋਈ ਮੀਟਿੰਗ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ SYL ਦੇ ਇਸ਼ੂ ਨੂੰ ਇੱਕ ਨਵਾਂ ਇੰਪੈਕਟਫੁਲ ਸਪਿਨ ਦਿੱਤਾ। ਉਹਨਾਂ ਨੇ ਕਿਹਾ SYL ਕਨਾਲ ਦਾ ਜਿਹੜਾ ਸੋਲੂਸ਼ਨ ਹੈ ਜਾਂ ਆਲਟਰਨੇਟ ਹੈ ਉਹ ਵੀ ਇਸ ਦੇ ਵਿੱਚੋਂ ਹੀ ਨਿਕਲਦਾ ਹੈ। ਤੁਸੀਂ ਯਮੁਨਾ ਸਤਲੁਜ ਲਿੰਕ ਬਣਾਓ, ਯਮੁਨਾ ਦਾ ਪਾਣੀ ਪੰਜਾਬ ਨੂੰ ਦਿਓ ਤਾਂ ਪੰਜਾਬ ਦਾ ਸਤਲੁਜ ਬਚ ਸਕੇ, ਉਹਦੇ ਵਿੱਚੋਂ ਹਰਿਆਣੇ ਨੂੰ ਜਿੰਨਾ ਮਰਜ਼ੀ ਪਾਣੀ ਦੇ ਦਿਓ। ਤੀਜੇ ਗੇਟ ਦੀ ਇਹ ਬੈਠਕ ਹੋਈ ਸੀਗੀ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਇਸ ਮੀਟਿੰਗ ਲਿਆ ਸੀ ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਿਲ ਸਨ। ਉਹਨਾਂ ਨੇ ਇੱਕ ਦੂਸਰੇ ਨੂੰ ਐਮੀਕੇਬਲੀ ਇਸ ਸਾਰੇ ਇਸ਼ੂ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਟੇਲਮੇਟ ਰਹੀ ਮੀਟਿੰਗ। ਉਸ ਵਿੱਚ ਕੋਈ ਹੱਲ ਨਹੀਂ ਆਇਆ। ਦੋਨੋਂ ਧਿਰਾਂ ਨੇ ਆਪਣੇ ਆਪਣੇ ਪੱਖ ਰੱਖੇ ਨੇ। ਅੱਜ ਇਸ ਮੁੱਦੇ ਨੂੰ ਐਡਰੈਸ ਕਰਾਂਗੇ ਇਸ ਪ੍ਰੋਗਰਾਮ ਦੇ ਅੰਦਰ। ਮੈਂ ਹਾਂ ਸ਼ੁਭਕਰਮਨ ਸਿੰਘ ਢਾਲੀਵਾਲ ਤੇ ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਤੀਜੀ ਮੀਟਿੰਗ ਸੀਗੀ ਇਹ ਦੋਨੋਂ ਸੂਬਿਆਂ ਦੇ ਮੁੱਖ ਮੰਤਰੀ ਦੇ ਅੰਦਰ, ਜਿਸ ਨੂੰ ਮੀਡੀਏਟ ਕਰ ਰਹੇ ਸੀਗੇ ਕੇਂਦਰ ਦੇ ਮੰਤਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ। ਦੋਨੋਂ ਜਦੋਂ ਬਾਹਰ ਆਏ ਬੋਡੀ ਲੈਂਗੁਏਜ ਦੀ ਗੱਲ ਕਰ ਲਓ ਜਾਂ ਜਿਸ ਤਰ੍ਹਾਂ ਦਾ ਵਰਜਨ ਪਰਸਪੈਕਟਿਵ ਆਪਣਾ ਆਪਣਾ ਦਿੱਤਾ ਹੈ ਵੀ ਕੀ ਉੱਥੇ ਆਰਗੂਮੈਂਟਸ ਰੱਖੇ, ਤਾਂ ਭਗਵੰਤ ਸਿੰਘ ਮਾਨ ਬਹੁਤ ਜ਼ਿਆਦਾ ਕੌਨਫੀਡੈਂਟ ਲੱਗ ਰਹੇ ਸੀ। ਉਹਨਾਂ ਨੇ ਇੱਕ ਨਵਾਂ ਸਪਿਨ ਦਿੱਤਾ ਇਸ ਸਾਰੀ ਗੇਮ ਨੂੰ, ਕਿਹਾ ਯਮੁਨਾ ਤੋਂ ਪਾਣੀ ਲਿਆ ਕੇ ਪੰਜਾਬ ਨੂੰ ਦਿਓ, ਪੰਜਾਬ ਦੇ ਸਤਲੁਜ ਨੂੰ ਬਚਾਓ। ਪੰਜਾਬ ਕੋਲੇ ਇੱਕ ਤੁਪਕਾ ਪਾਣੀ ਦੇਣ ਨੂੰ ਹੈ ਨੀਗਾ, ਕਿਉਂਕਿ ਆਲਰੇਡੀ 150 ਵਿੱਚੋਂ 117 ਜਿਹੜੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਅੰਦਰ ਚਲੇ ਗਏ ਨੇ। ਲਗਭਗ 78% ਜਿਹੜਾ ਹੈਗਾ ਬਲਾਕਸ ਉਹ ਡਾਰਕ ਜ਼ੋਨ ਦੇ ਅੰਦਰ ਨੇ ਪੰਜਾਬ ਦੇ ਅੰਦਰ। ਤੁਸੀਂ ਕਿਵੇਂ ਦੇਖਦੇ ਹੋ ਇਸ ਨਵੇਂ ਸਪਿਨ ਨੂੰ? ਦੇਖੋ ਸ਼ੁਭਕਰਮਨ, ਇਹ ਜਿਹੜੇ ਸਪਿਨ ਹੈਗੇ ਨੇ ਇਹ ਠੀਕ ਹੈ, ਸਰਕਾਰਾਂ ਨੇ ਆਪਣੇ ਹਿੱਤ ਜਿਹੜੇ ਹੈਗੇ ਨੇ, ਸਿਆਸੀ ਹਿੱਤ ਵੀ ਕਹਿ ਲਈਏ ਤੇ ਸੂਬਾਈ ਹਿੱਤ ਵੀ ਹੈ, ਉਹਨਾਂ ਦੀ ਰਾਖੀ ਲਈ ਇੱਕ ਫਸਵਾਂ ਸਟੈਂਡ ਲੈਣਾ ਹੈ। ਤੇ ਇਹ ਸਿਰਫ ਸਟੈਂਡ ਹੀ ਨਹੀਂ ਲੈਣਾ ਬਲਕਿ ਇਹ ਲੋਕਾਂ ਦੇ ਵਿੱਚ ਵੀ ਗੱਲਬਾਤ ਜਾਣੀ ਜ਼ਰੂਰੀ ਹੈ ਕਿ ਕਿਸੇ ਵੀ ਸਰਕਾਰ ਨੇ, ਉਸਦੇ ਮੁੱਖ ਮੰਤਰੀ ਨੇ ਆਪਣੇ ਸੂਬੇ ਲਈ ਇੱਕ ਸਹੀ ਸਟੈਂਡ ਲਿਆ ਤੇ ਇਹ ਕੋਈ ਨਵਾਂ ਸਟੈਂਡ ਨਹੀਂ ਹੈ, ਇਹ ਸਾਰੀਆਂ ਹੀ ਪਾਰਟੀਆਂ ਦਾ ਸਟੈਂਡ ਹੈ। ਲੇਕਿਨ ਭਗਵੰਤ ਮਾਨ ਕਿਉਂਕਿ ਅਕਸਰ ਹੋ ਹੀ ਰਿਹਾ ਹੈਗਾ, ਜਿੰਨੀਆਂ ਵੀ ਸੁਪਰੀਮ ਕੋਰਟ ਦੇ ਹਸਤਖੇਪ ਤੋਂ ਬਾਅਦ ਜਾਂ ਦਖਲ ਤੋਂ ਬਾਅਦ ਜਿਹੜੀਆਂ ਬੈਠਕਾਂ ਹੋਈਆਂ ਨੇ, ਦੇਖੋ ਪਹਿਲੀ ਗੱਲ ਤਾਂ ਲੀਗਲ ਤੇ ਕਨਸਟੀਟਿਊਸ਼ਨਲ ਪੋਜੀਸ਼ਨ ਆਪਾਂ ਸਮਝ ਲਈ। ਇਸ ਕੇਸ ਦੇ ਵਿੱਚ ਪੰਜਾਬ ਇਹ ਮੁਕੱਦਮਾ ਹਾਰ ਚੁੱਕਾ ਹੈ। ਸੁਪਰੀਮ ਕੋਰਟ ਦੇ ਵਿੱਚੋਂ SYL ਦੀ ਨਹਿਰ ਦੀ ਉਸਾਰੀ ਨੂੰ ਲੈ ਕੇ ਤੇ ਜਿਹੜੇ ਪਾਣੀਆਂ ਦੀ ਵੰਡ ਹੈ ਉਸ ਦੀ ਤਕਸੀਮ ਨੂੰ ਲੈ ਕੇ ਜਿਹੜਾ ਫਾਰਮੂਲਾ ਅਲੱਗ-ਅਲੱਗ ਟ੍ਰਿਬਿਊਨਲਸ ਨੇ 1980 ਦੇ ਦਹਾਕੇ ਦੇ ਵਿੱਚ, ਰਾਜੀ ਟ੍ਰਿਬਿਊਨਲ ਜਾਂ ਉਸ ਤੋਂ ਪਹਿਲਾਂ ਵੀ ਕਈ ਅਜਿਹੇ ਜਿਹੜੇ ਟ੍ਰਿਬਿਊਨਲ ਰਹੇ, ਉਹਨਾਂ ਨੇ ਜੋ ਵੀ ਤਕਸੀਮ ਦਾ ਫਾਰਮੂਲਾ ਦਿੱਤਾ ਉਸ ਮੁਤਲਕ ਹਰਿਆਣਾ ਦਾ ਪੱਖ ਹੀ ਇਸ ਵਕਤ ਤੱਕ ਸੁਪਰੀਮ ਕੋਰਟ ਦੇ ਵਿੱਚ ਬੀਤੇ ਤਕਰੀਬਨ 23 ਸਾਲ ਤੱਕ ਅਪਹੋਲਡ ਹੋਇਆ ਹੈ। ਹੁਣ ਇਹ ਕੋਈ ਛੋਟੀ ਪੋਜੀਸ਼ਨ ਸਮਝਣੀ ਨਹੀਂ ਹੈ। ਜਿਹੜੇ ਲੋਕ SYL ਬਾਰੇ ਗੱਲ ਅੱਜ ਦੀ ਰੋਸ਼ਨੀ 'ਚ ਕਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੂੰ ਲੱਗ ਰਿਹਾ ਵੀ 4-5 ਸਾਲਾਂ ਤੋਂ ਸੋਝੀ ਆਈ ਹੈ SYL ਵਿਸ਼ੇ ਤੇ ਗੱਲਬਾਤ ਕਰਨੀ, ਉਹਨਾਂ ਨੂੰ ਲੱਗ ਰਿਹਾ ਹੋ ਸਕਦਾ ਹੈ ਕਿ ਇਹ ਬੜੀਆਂ ਨਵੇਕਲੀਆਂ ਗੱਲਾਂ ਹੋ ਰਹੀਆਂ ਨੇ, ਕੁਝ ਡਿਫਰੈਂਟ ਗੱਲਾਂ। ਇਹ ਨਵੇਕਲਾ ਜ਼ਰੂਰ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਵੀ ਦੇਖ ਰਹੇ ਦੱਖਣੀ ਭਾਰਤ ਦੇ ਕੁਝ ਕਈ ਰਾਜ ਹੈਗੇ ਨੇ, ਕਰਨਾਟਕਾ ਹੈਗਾ, ਤਾਮਿਲਨਾਡੂ ਹੈਗਾ, ਹੋਰ ਜਿਹੜੇ ਸੂਬੇ ਰਹੇ ਹੈਗੇ ਨੇ ਜਿੱਥੇ ਕਿ ਇੰਟਰਸਟੇਟ ਵਾਟਰ ਇਸ਼ੂਜ਼ ਇੱਕ ਕ੍ਰਿਟੀਕਲ ਵਿਸ਼ਾ ਰਹੇ ਨੇ। ਉਹਨਾਂ ਸੂਬਿਆਂ ਦੇ ਵਿੱਚ ਵੀ ਆਪਸ ਦੇ ਵਿੱਚ ਇਸ ਤਰੀਕੇ ਦੀਆਂ ਬੈਠਕਾਂ ਹੁੰਦੀਆਂ ਰਹੇ ਨੇ ਤੇ ਇਹ ਬਹੁਤ ਹੀ ਫਸਵੇਂ ਕਾਵੇਰੀ ਜਲ ਵਿਵਾਦ ਤੋਂ ਲੈ ਕੇ ਹੋਰ ਬਹੁਤ ਥਾਂ ਤੇ ਕਨਫਰੰਟੇਸ਼ਨ ਰਹੀ ਹੈ ਤੇ ਸਟੇਟਸ ਇਕੱਠੀਆਂ ਬੈਠੀਆਂ ਨੇ। ਲੇਕਿਨ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਇੱਕ ਫੈਸਲੇ ਤੇ ਚੱਲਦਿਆਂ ਹੋਇਆਂ ਹਰਿਆਣਾ ਸਰਕਾਰ ਨੂੰ ਟੇਬਲ ਤੇ ਲੈ ਕੇ ਕੇਂਦਰ ਸਰਕਾਰ ਬੈਠਾ ਹੈ। ਹਰਿਆਣਾ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਵੀ BJP ਦੀ ਸਰਕਾਰ ਹੈ। ਇਸ ਮਾਮਲੇ ਨੂੰ ਸੈਟਲ ਕਰਨਾ ਚਾਹ ਰਹੇ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਰਿਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਫੇਲ ਹੋਏ ਨੇ। ਆਪਣੇ ਤਕਰੀਬਨ ਆਪਾਂ ਪਿਛਲੇ ਜੇ ਆਪਾਂ 40-45 ਸਾਲਾਂ ਦਾ ਇਤਿਹਾਸ ਦੇਖ ਲਈਏ, 1981 ਦੇ ਵਿੱਚ ਜਿਹੜਾ ਟੱਕ ਲਾਇਆ ਗਿਆ ਸੀਗਾ
ਕੈਪਟਨ ਇੰਦਰਾ ਗਾਂਧੀ ਉਸ ਵਕਤ ਆਏ ਸੀ। ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਭਜਨ ਲਾਲ ਉਸ ਵਕਤ ਹਰਿਆਣੇ ਦੇ ਜਿਹੜੇ ਮੰਤਰੀ ਸੀ ਉਹ ਮੰਚ ਤੇ ਮੌਜੂਦ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰ ਦੇ ਕੇ ਸਵਾਗਤ ਕੀਤਾ ਸੀ ਕਪੂਰੀ ਜਿਹੜਾ ਟੱਕ ਲੱਗਿਆ ਸੀ, ਠੀਕ ਹੈ। ਟੱਕ ਦਾ ਮਤਲਬ ਕਿ ਨਹਿਰ ਪੱਟਣ ਦਾ ਕੰਮ ਜਿਹੜਾ ਸ਼ੁਰੂ ਕਰਨਾ ਸੀ। ਸੋ 1981 ਤੋਂ ਲੈ ਕੇ ਤੱਕ, ਉਸ ਤੋਂ ਪਹਿਲਾਂ ਵੀ ਸ਼ੁਰੂਆਤ, ਉਸ ਤੋਂ ਪਹਿਲਾਂ ਇਹ ਫਾਰਮੂਲਾ ਡਿਸਾਈਡ ਹੋਇਆ ਕਿ ਕਿੰਨਾ ਪਾਣੀ ਕਿਹੜੇ ਰਾਜ ਨੂੰ ਦਿੱਤਾ ਜਾਣਾ ਹੈ। ਫਿਰ ਇਹ ਤੈਅ ਹੋਇਆ ਕਿ ਜਿਹੜਾ ਪਾਣੀ ਦੇਣ ਦਾ ਇੱਕ ਮਾਧਿਅਮ ਹੈ ਉਹ ਹੋਏਗਾ ਇਹ ਲਿੰਕ ਨਹਿਰ, ਸਤਲੁਜ ਯਮੁਨਾ ਲਿੰਕ ਨਹਿਰ SYL। ਪੰਜਾਬ ਦੇ ਜਿਹੜਾ ਤੇ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਇਸ ਦੀ ਜਿਹੜੀ ਉਸਾਰੀ ਸੀ ਪੰਜਾਬ ਦੇ ਇਲਾਕੇ 'ਚ ਕਰ ਲਈ ਗਈ ਹੈ। ਐਂਡ ਤੱਕ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ SYL ਬਣ ਗਈ, ਲੇਕਿਨ ਫਿਰ ਉੱਥੇ ਕੁਝ ਅਜਿਹੀਆਂ ਵਾਰਦਾਤਾਂ ਹੋਈਆਂ ਕਿਉਂਕਿ ਖੜਕੂਆ ਦਾ ਦੌਰ ਸੀ ਤੇ ਉਸ ਵਕਤ ਉਸਾਰੀ ਦਾ ਕੰਮ ਰੁਕ ਗਿਆ। ਹਰਿਆਣਾ ਦੇ ਵਿੱਚ ਇਹ ਕੰਮ ਮੁਕੰਮਲ ਨਹੀਂ ਹੋ ਪਾਇਆ, ਪੰਜਾਬ ਦੇ ਵਿੱਚ ਵੀ ਅਧੂਰਾ ਰਹਿ ਗਿਆ। ਹੁਣ ਮਸਲਾ ਪਿਛਲੇ ਤਕਰੀਬਨ 42 ਸਾਲਾਂ ਤੋਂ ਤਾਂ ਐਵੇਂ ਹੀ ਲਟਕਦਾ ਆ ਰਿਹਾ ਹੈ ਤੇ SYL ਦੀ ਉਸਾਰੀ ਨਹੀਂ। ਲੇਕਿਨ ਲੀਗਲ ਪੋਜੀਸ਼ਨ ਜੇ ਆਪਾਂ ਸਮਝੀਏ, ਇਹ ਸਪਿਨ ਦੇਣਾ, ਇਹ ਕਹਿ ਦੇਣਾ ਕਿ SYL ਦਾ ਨਾਮ YSL ਕਰ ਦੋ, ਸੁਣਨ ਚ ਮੈਨੂੰ ਵੀ ਬਹੁਤ ਅੱਛਾ ਲੱਗ ਰਿਹਾ ਵੀ ਪੰਜਾਬ ਦੇ ਮੁੱਖ ਮੰਤਰੀ ਬਿਲਕੁਲ ਠੀਕ ਗੱਲ ਕੀਤੀ ਹੈ। ਇਹ ਗੱਲ ਜੇ ਸਤਲੁਜ ਰਾਈਪੇਰੀਅਨ ਜਿਹੜੇ ਫਾਰਮੂਲੇ ਦੇ ਤਹਿਤ ਹਰਿਆਣਾ ਦਾ ਹੱਕ ਹੈ ਸਤਲੁਜ ਦੇ ਪਾਣੀ ਤੇ, ਤਾਂ ਪੰਜਾਬ ਦਾ ਹੱਕ ਵੀ ਯਮੁਨਾ ਦੇ ਪਾਣੀ ਤੇ ਹੋਣਾ ਚਾਹੀਦਾ। ਲੇਕਿਨ ਇਸ ਚੀਜ਼ ਨੂੰ ਅਦਾਲਤਾਂ ਨੂੰ ਕੌਣ ਸਮਝਾਏਗਾ, ਟ੍ਰਿਬਿਊਨਲ ਨੂੰ ਕੌਣ ਸਮਝਾਏਗਾ? ਅਸਲ ਲੜਾਈ ਉਹ ਹੈ। ਮੀਡੀਆ ਦੇ ਵਿੱਚ ਆਪਾਂ ਗੱਲਾਂ ਬਾਤਾਂ ਬਹੁਤ ਸੁਣੀਆਂ ਨੇ। ਇਸ ਤੋਂ ਪਹਿਲਾਂ ਤੁਸੀਂ ਕਿੰਨੀਆਂ ਪਾਰਟੀਆਂ ਦੀਆਂ ਸਰਕਾਰਾਂ ਦੇਖ ਲਓ, ਦੇਖੋ ਉਹ ਵਾਲੇ ਮੁੱਖ ਮੰਤਰੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ, ਇਹਨਾਂ ਨੇ ਵੀ ਪਾਣੀਆਂ ਲਈ ਫਸਵੇਂ ਸਟੈਂਡ ਲੈਣ ਦੇ ਦਾਅਵੇ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਤਾਂ 2004 ਦੇ ਵਿੱਚ ਪਾਣੀਆਂ ਦੀ ਜਿਹੜੀ ਸੰਧੀਆਂ ਨੂੰ ਰੱਦ ਕਰਨ ਦਾ ਇੱਕ ਬੜਾ ਉਹ ਵੈਸੇ ਵੱਡਾ ਫੈਸਲਾ ਸੀ ਕਿਉਂਕਿ ਆਪਣੀ ਪਾਰਟੀ ਆਪਣੀ ਸਰਕਾਰ ਦੇ ਵਿਰੁੱਧ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ। ਲੇਕਿਨ ਜੇ ਆਪਾਂ ਉਹਨੂੰ 1981 ਦਾ ਜਿਹੜਾ ਟੱਕ ਲਾਇਆ, ਉਹਦੇ ਲਈ ਉਹਨਾਂ ਨੇ ਇੰਦਰਾ ਗਾਂਧੀ ਦਾ ਇਸ਼ਤਿਹਾਰ ਦੇ ਕੇ ਸਵਾਗਤ ਕੀਤਾ ਤੇ ਤਕਰੀਬਨ 23-24 ਸਾਲਾਂ ਬਾਅਦ ਉਹਨਾਂ ਨੇ ਉਹ ਪਾਣੀਆਂ ਦੇ ਜਿਹੜੇ ਸਮਝੌਤੇ ਸੀ ਰੱਦ ਕਰਤੇ। ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਦੇ ਵਿੱਚ ਆਪਣੀ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਜਾਂਦੇ ਨੇ, ਅਸਤੀਫਾ ਦੇ ਦਿੰਦੇ ਨੇ। ਸੋ ਕੰਟਰਾਡਿਕਸ਼ਨ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ 'ਚ, ਕੰਟਰਾਡਿਕਸ਼ਨ ਰਹੀ। ਪ੍ਰਕਾਸ਼ ਸਿੰਘ ਬਾਦਲ ਤੇ ਜਿਹੜੀ ਦੇਵੀ ਲਾਲ ਦਾ ਇਹਨਾਂ ਨੇ ਜ਼ਿਕਰ ਵੀ ਕੱਲ ਕੀਤਾ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਆਪਣੇ ਵਿਅਕਤੀਗਤ ਸੰਬੰਧ ਸਨ। ਦੋਵੇਂ ਸੂਬਿਆਂ ਦੇ ਵਿੱਚ ਲੋਕ, ਹਰਿਆਣਾ ਦੇ ਵਿੱਚ ਲੋਕ ਦਲ ਹਰਿਆਣੇ ਦੇ ਪਾਣੀ ਦੀ ਗੱਲ ਕਰਦੀ ਹੈ, ਪੰਜਾਬ ਦੇ ਵਿੱਚ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ, ਲੇਕਿਨ ਇਹਨਾਂ ਦੇ ਪਰਿਵਾਰਿਕ ਸਾਂਝਾਂ ਰਹੀਆਂ ਨੇ, ਆਪਸ ਦੇ ਵਿੱਚ ਬਿਜ਼ਨਸ ਵੀ ਕਈ ਹੱਦ ਤੱਕ ਕਾਮਨ ਰਹੇ ਨੇ। ਸੋ ਗੱਲ ਹੈ ਵੀ ਲੀਡਰਾਂ ਨੇ ਕਿਹਾ ਕੁਛ ਹੈ, ਕੀਤਾ ਕੁਛ ਹੈ, ਤੇ ਪੰਜਾਬ ਦੇ ਲਈ ਇਹ ਲਾਗੂ ਹੁੰਦਾ, ਇਵਨ ਹਰਿਆਣੇ ਲਈ ਵੀ ਮੈਨੂੰ ਲੱਗਦਾ ਇਹੀ ਲਾਗੂ ਹੁੰਦਾ ਹੈਗਾ। ਫਰਕ ਇਹਨਾਂ ਹੈ ਕਿ ਹਰਿਆਣਾ ਇਹ ਲੜਾਈਆਂ ਨੂੰ ਜਿੱਤਦਾ ਹੈ, ਇੱਕ ਤੋਂ ਬਾਅਦ ਇੱਕ ਉਹਨਾਂ ਨੇ ਕਾਨੂੰਨੀ ਲੜਾਈਆਂ ਜਿੱਤੀਆਂ, ਅਦਾਲਤਾਂ ਦੇ ਵਿੱਚ ਲੜਾਈਆਂ ਜਿੱਤੀਆਂ। ਪਹਿਲਾਂ ਤਾਂ ਇੰਦਰਾ ਗਾਂਧੀ ਨੇ ਮਦਦ ਕੀਤੀ ਸਿੱਧੇ ਤਰੀਕੇ ਦੇ ਨਾਲ ਆ ਕੇ ਹਰਿਆਣੇ ਦੀ, ਕਿਉਂਕਿ ਹਾਲਾਤ ਕੁਝ ਅਜਿਹੇ ਰਹਿ ਗਏ ਵੀ ਭਜਨ ਲਾਲ ਦਾ ਇੱਕ ਕਲਾਊਟ ਜ਼ਿਆਦਾ ਸੀਗਾ ਇੰਦਰਾ ਗਾਂਧੀ ਦੇ ਨਾਲ ਨੇੜਤਾ ਹੋਣ ਕਾਰਨ। ਇੰਦਰਾ ਗਾਂਧੀ ਅਕਾਲੀਆਂ ਦੇ ਖਿਲਾਫ ਜਿਹੜੀ ਖਿਲਾਫਤ ਸੀ ਇੰਦਰਾ ਗਾਂਧੀ ਦੀ, ਉਸ ਕਾਰਨ ਪੰਜਾਬ ਨੂੰ ਇੱਕ ਤਰੀਕੇ ਦਾ ਸਬਕ ਸਿਖਾਉਣ ਲਈ ਵੀ ਇੱਕ ਬਾਇਸ ਜਿਹੜਾ ਸੀ ਉਸ ਸਮਝੌਤੇ ਦੇ ਵਿੱਚ ਵੇਖਿਆ ਗਿਆ। ਲੇਕਿਨ ਉਸ ਤੋਂ ਬਾਅਦ ਤਾਂ ਲੜਾਈਆਂ ਕਾਨੂੰਨੀ ਹੋ ਗਈਆਂ, ਅਦਾਲਤਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਤੇ ਸੁਪਰੀਮ ਕੋਰਟ ਨੇ ਇੱਕ ਵਾਰ ਨਹੀਂ 1999 ਦੇ ਵਕਤ ਜਿਹੜੀ ਮੁਕੱਦਮੇਬਾਜ਼ੀ ਸੀ ਸਿਖਰ ਤੇ ਪਹੁੰਚ ਗਈ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਾਲ 2001 ਦੇ ਵਿੱਚ ਪਹਿਲੀ ਵਾਰ ਫੈਸਲਾ ਆਉਂਦਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਣ ਕੇ ਰਹੇਗੀ, ਹਰਿਆਣਾ ਦੇ ਹਿੱਸੇ ਦਾ ਪਾਣੀ ਉਸਨੂੰ ਦਿੱਤਾ ਜਾਏ। 2001 ਤੋਂ ਲੈ ਕੇ 2022 ਮੈਨੂੰ ਤਕਰੀਬਨ 22 ਸਾਲ ਹੋ ਚੁੱਕੇ ਨੇ, 2023 ਚ ਆਪਾਂ ਬੈਠੇ ਹਾਂ, 22 ਸਾਲ ਹੋ ਚੁੱਕੇ ਨੇ ਇਸ ਵਿਸ਼ੇ ਨੂੰ ਵੇਖਦੇ ਹੋਏ। ਉਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦਿਨ ਵਿਧਾਨ ਸਭਾ ਦੇ ਵਿੱਚ ਪਾਣੀ ਦੀ ਸੰਧੀ ਨੂੰ ਰੱਦ ਕਰਨ ਵਾਲਾ ਬਿੱਲ ਲਿਆਂਦਾ ਸੀ, ਉਸ ਵਕਤ ਮੈਂ ਉਸ ਦਿਨ ਵਿਧਾਨ ਸਭਾ ਦੇ ਵਿੱਚ ਸੀ। ਉਸ ਤੋਂ ਬਾਅਦ ਐਵਰ ਸਿੰਸ ਅਸੀਂ ਸਭ ਕੁਝ ਵੇਖ ਲਿਆ, ਲੇਕਿਨ ਰਾਜਨੀਤਿਕ ਲੀਡਰਾਂ ਪਾਰਟੀਆਂ ਦੀ ਕਥਨੀ ਕਰਨੀ 'ਚ ਫਰਕ ਹੈ। ਸੋ ਇਹ ਗੱਲਾਂ ਬਾਤਾਂ ਮੀਡੀਆ ਦੇ ਵਿੱਚ, ਬਿਆਨਾਂ ਦੇ ਵਿੱਚ, ਮੁਹਾਵਰਿਆਂ ਦੇ ਵਿੱਚ, ਜੁਮਲਿਆਂ ਦੇ ਵਿੱਚ ਤਾਂ ਚੰਗੀਆਂ ਲੱਗਦੀਆਂ ਨੇ, ਲੇਕਿਨ ਸਤਹੀ ਪੱਧਰ ਉੱਤੇ ਜਦੋਂ ਤੁਸੀਂ ਕਾਨੂੰਨੀ ਲੜਾਈ ਲੜਨਾ, ਸਵਾਲ ਮੇਰੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੀ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਇਸ ਲੜਾਈ ਨੂੰ ਲਗਾਤਾਰ ਹਾਰਦੇ ਕਿਉਂ ਆ ਰਹੇ ਹਾਂ। ਜਿਹੜੇ ਤਰਕ ਮੁੱਖ ਮੰਤਰੀ ਨੇ ਦਏ, ਜਿਹੜਾ ਤੁਸੀਂ ਵੀ ਜ਼ਿਕਰ ਕੀਤਾ, ਇਹ ਚੀਜ਼ਾਂ ਸੁਪਰੀਮ ਕੋਰਟ ਜਾਂ ਅਦਾਲਤਾਂ ਕਿਉਂ ਨਹੀਂ ਸਮਝ ਪਾ ਰਹੀਆਂ, ਟ੍ਰਿਬਿਊਨਲ ਕਿਉਂ ਨਹੀਂ ਸਮਝ ਪਾ ਰਹੀਆਂ? ਵੀ ਪ੍ਰੋਪਰਲੀ ਪ੍ਰੈਜ਼ੈਂਟ ਨਹੀਂ ਕੀਤਾ ਗਿਆ ਕੇਸ ਪੰਜਾਬ ਸਾਈਡ ਦਾ, ਕਿਤੇ ਨਾ ਕਿਤੇ ਉਹਦੇ ਸਮਝੌਤਾ ਹੋ ਗਿਆ, ਘੋਲ ਹੋ ਗਈ, ਜਾਂ ਕਹਿ ਲਓ ਵੀ ਉਹ ਚੀਜ਼ ਦਾ ਦੋਸ਼ ਲੱਗਦਾ ਆਇਆ ਪੁਰਾਣੀਆਂ ਸਰਕਾਰਾਂ ਦੇ ਅੰਦਰ। ਤੇ ਹੁਣ ਜਦੋਂ ਗੱਲ ਆਈ ਹੈ ਤਾਂ ਇਹ ਕਿਹਾ ਜਾ ਰਿਹਾ, ਇਹ ਜੀ ਗੱਲ ਉੱਭਰ ਕੇ ਆ ਰਹੀ ਹੈ, ਪ੍ਰੈਜ਼ੈਂਟੇਸ਼ਨ ਜਿਹੜਾ ਪਹਿਲਾ ਪੜਾਅ ਪ੍ਰੈਜ਼ੈਂਟ ਤਾਂ ਸਹੀ ਕੀਤਾ ਗਿਆ ਕਿ ਤੁਹਾਨੂੰ ਕੀ ਲੱਗਦਾ ਪ੍ਰੈਜ਼ੈਂਟ ਠੀਕ ਕੀਤਾ ਗਿਆ? ਨਹੀਂ, ਪ੍ਰੈਜ਼ੈਂਟੇਸ਼ਨ ਚ ਦੇਖੋ, ਨਹੀਂ ਪ੍ਰੈਜ਼ੈਂਟੇਸ਼ਨ ਚ ਮੈਂ ਨਹੀਂ ਮੰਨਦਾ ਕੋਈ ਕਮੀ ਰਹੀ ਹੋਏਗੀ, ਕਿਉਂਕਿ ਗੱਲ ਤਾਂ ਇਹੀ ਹੈ ਵੀ ਕੁਝ ਚੀਜ਼ਾਂ ਸਾਨੂੰ ਸਮਝਣੀਆਂ ਵੀ ਪੈਣੀਆਂ। ਜਿੱਥੇ ਸਮਝਾਉਣ ਵਾਲੀ ਗੱਲਾਂ ਬਹੁਤ ਨੇ, ਕੁਝ ਚੀਜ਼ਾਂ ਸਮਝਣ ਵਾਲੀ ਗੱਲਾਂ ਵੀ, ਤੇ ਗਰਾਊਂਡ ਲੈਵਲ ਦੀ ਰਿਐਲਿਟੀਜ਼ ਪੰਜਾਬ ਦੇ ਵਿੱਚ ਜਿਹੜੇ ਡਾਰਕ ਜ਼ੋਨ ਬਣ ਗਏ ਨੇ, ਪੰਜਾਬ ਦਾ ਅੰਡਰਗਰਾਊਂਡ ਵਾਟਰ ਹੇਠਾਂ ਜਾਣਾ, ਝੋਨੇ ਦੀ ਜਿਹੜੀ ਫਸਲ ਦੀ ਵਾਇਬਿਲਿਟੀ ਦਾ ਘੱਟ ਹੋਣਾ, ਪੰਜਾਬ ਦੇ ਦਰਿਆਵਾਂ ਦਾ ਦੇ ਵਿੱਚ ਪਾਣੀ ਦਾ ਜਿਹੜਾ ਲਗਾਤਾਰ ਕਮੀ ਹੈ, ਇਹ ਤਾਂ ਇੱਕ ਪਾਰਟ ਹੈ, ਇਹ ਤਾਂ ਪ੍ਰੈਕਟੀਕਲ ਪਾਰਟ ਹੈ। ਇਸ ਲਈ ਇੱਕ ਅਕਸਰ ਕੀ ਹੁੰਦਾ ਵੀ ਅਜਿਹੇ ਫਸਵੇਂ ਵਿਸ਼ਿਆਂ ਦੇ ਉੱਤੇ ਕਈ ਵਾਰ ਅਦਾਲਤੀ ਫੈਸਲਿਆਂ ਦੇ ਨਾਲ ਗੱਲ ਨਹੀਂ ਬਣਦੀ। ਇਸ ਕੇਸ ਦੇ ਵਿੱਚ ਵੀ ਇਹੀ ਹੋ ਰਿਹਾ ਕਿ ਅਦਾਲਤੀ ਫੈਸਲਾ ਇਸ ਦਾ ਹੱਲ ਹੈ ਹੀ ਨਹੀਂ, ਕਿਉਂਕਿ ਅਜਿਹੇ ਮਾਮਲੇ ਦੇ ਵਿੱਚ ਇੱਕ ਪੋਲੀਟੀਕਲ ਹੱਲ ਚਾਹੀਦਾ ਹੈ।
ਮੈਂ ਬੜੀ ਕਲੀਅਰਲੀ ਗੱਲ ਕਹਿ ਰਿਹਾ ਵੀ ਪੋਲੀਟੀਕਲ ਹੱਲ ਚਾਹੀਦਾ ਹੈ। ਇਹ ਮਾਮਲਾ ਅਦਾਲਤਾਂ ਦੇ ਵਿੱਚ ਤੇ ਹੱਕਾਂ ਦੀ ਗੱਲ ਕਰਕੇ ਵੀ ਸਾਡਾ ਹੱਕ ਹੈ, ਤੁਹਾਡਾ ਹੱਕ ਘੱਟ ਹੈ, ਐਵੇਂ ਮਸਲਾ ਹੱਲ ਹੋ ਹੀ ਨਹੀਂ ਸਕਦਾ। ਤੁਸੀਂ ਖੁਦ ਸੋਚ ਕੇ ਵੇਖ ਲਓ। ਦੇਖੋ ਹਰਿਆਣੇ ਦੀ ਸਰਕਾਰ ਅੱਜ ਜੋ ਵੀ ਹੈ, ਅੱਜ ਉਹ ਟੇਬਲ ਤੇ ਬੈਠੇ ਨੇ। ਕਿਸ ਸਥਿਤੀ ਵਿੱਚ ਟੇਬਲ ਤੇ ਬੈਠੇ ਹੋ ਤੁਸੀਂ? ਸ਼ੁਭਕਰਮਨ ਜਾਂ ਮੈਂ ਅੱਜ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਜਿੱਤਿਆ ਹੋਵੇ, ਮੇਰਾ ਵੀ ਉਹੀ ਸਰਕਾਰ, ਮੈਂ ਆਪਣੇ ਆਪ ਨੂੰ ਇੱਕ ਹਰਿਆਣਾ ਦੇ ਇੱਕ ਰਾਜਨੀਤਿਕ ਲੀਡਰ ਵਾਂਗ ਵੇਖਾਂ। ਇੱਕ ਮਿੰਟ ਲਈ ਆਪਾਂ ਆਪਣਾ ਟੇਬਲ ਬਦਲ ਕੇ ਵੇਖੀਏ, ਜ਼ਰੂਰੀ ਹੈ। ਕਿਉਂਕਿ ਆਪਾਂ ਇੱਕ ਤਰਫਾ ਗੱਲ ਕਰਾਂਗੇ, ਸਿਰਫ ਇੱਕ ਪਾਸੇ ਦੀ ਗੱਲ ਕਰਾਂਗੇ ਤਾਂ ਗੱਲ ਸਮਝ ਨਹੀਂ ਆਣੀ। ਗੱਲ ਫਿਰ ਐਂ ਲੱਗਦਾ ਵੀ ਹਾਂਜੀ ਇਹ ਗੱਲ ਠੀਕ ਹੈ, ਇਹ ਗੱਲ ਠੀਕ ਹੈ, ਪਰ ਨਾਲਾ ਉੱਥੇ ਦਾ ਉੱਥੇ ਹੀ ਹੈ। 22 ਸਾਲ ਮੈਨੂੰ ਹੋ ਗਏ ਰਿਪੋਰਟਿੰਗ ਕਰਦੇ SYL ਮੁੱਦੇ ਤੇ, ਮੈਨੂੰ ਉਹਦੇ 'ਚ ਕੋਈ ਫਰਕ ਨਹੀਂ ਨਜ਼ਰ ਆਇਆ। ਇਹ ਵੀ ਨਹੀਂ ਸਮਝ ਵਿੱਚ ਆਇਆ ਵੀ, ਤੇ ਤੁਸੀਂ ਜਿਹੜੀ ਗੱਲ ਕੀਤੀ ਮੈਂ ਉਸ ਤੇ ਪਹਿਲਾਂ ਆ ਜਾਂਦਾ ਵੀ ਅਦਾਲਤਾਂ ਦੇ ਵਿੱਚ ਕੋਈ ਕਮੀ ਨਹੀਂ ਰਹੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਨੇ 2004 ਜਾਂ 5 ਦੇ ਵਿੱਚ ਪਾਣੀਆਂ ਦੀ ਸੰਧੀਆਂ ਨੂੰ ਰੱਦ ਕੀਤਾ, ਬੜਾ ਸੋਚ ਸਮਝ ਕੇ ਉਹ ਫੈਸਲਾ ਲਿਆ ਗਿਆ। ਸੋਨੀਆ ਗਾਂਧੀ, ਮਨਮੋਹਨ ਸਿੰਘ ਨੂੰ ਕੌਨਫੀਡੈਂਸ ਤੋਂ ਵਿੱਚ ਲਏ ਬਗੈਰ ਉਹ ਫੈਸਲਾ ਲਿਆ ਗਿਆ। ਉਸ ਤੋਂ ਬਾਅਦ ਵੀ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਗਿਆ ਹੈ। ਇੰਨੀ ਚਰਚਾਵਾਂ ਹੋਈਆਂ ਪਾਰਲੀਮੈਂਟ ਦੇ ਵਿੱਚ, ਉਸ ਵਕਤ ਬਹੁਤ ਵੱਡਾ ਰੌਲਾ ਪੈ ਗਿਆ ਸੀ, ਸੰਵਿਧਾਨਿਕ ਸੰਕਟ ਇੱਕ ਖੜਾ ਹੋ ਗਿਆ ਸੀ ਵੀ ਆ ਪੰਜਾਬ ਨੇ ਕਿਹੜਾ ਕਾਨੂੰਨ ਪਾਸ ਕਰਤਾ। ਉਹਨੂੰ ਫਿਰ ਕਨਸਟੀਟਿਊਸ਼ਨਲ ਬੈਂਚ ਨੂੰ ਰੈਫਰ ਕੀਤਾ ਗਿਆ 5 ਸੁਪਰੀਮ ਕੋਰਟ ਜੱਜਾਂ ਦੇ। ਉੱਥੇ ਵੀ ਜਾ ਕੇ ਫਿਰ ਫਾਈਨਲੀ ਆਈ ਥਿੰਕ 18 ਦੇ ਆਸ-ਪਾਸ ਇਹ ਫੈਸਲਾ ਆਉਂਦਾ ਹੈ, 17-18 ਦੇ ਆਸ-ਪਾਸ ਫੈਸਲਾ, ਜਦੋਂ ਕਿ ਪੰਜਾਬ ਫਿਰ ਉਹ ਮੁਕੱਦਮਾ ਹਾਰ ਜਾਂਦਾ ਹੈ। ਹੁਣ ਐਸਾ ਨਹੀਂ ਹੈ, ਮੈਂ ਇਹ ਮੰਨਣ ਨੂੰ ਤਿਆਰ ਨਹੀਂ ਹੈ, ਲੇਕਿਨ ਮੁੱਦਾ ਹੈ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਾਂ ਕਾਨੂੰਨੀ ਨੁਕਤਾਚੀਨੀ ਜਿਹੜੇ ਨੁਕਤੇ ਹੈਗੇ ਨੇ ਉਹਨਾਂ ਨੂੰ ਵਰਤ ਕੇ ਇਹ ਕੇਸ ਜਿੱਤਿਆ ਜਾ ਸਕਦਾ ਹੈ, ਸ਼ਾਇਦ ਨਹੀਂ। ਇਹਦਾ ਇੱਕ ਪੋਲੀਟੀਕਲ ਸਮਾਧਾਨ ਹੀ ਹੱਲ ਹੈ, ਤੇ ਇਸ ਚੀਜ਼ ਨੂੰ ਹੋਰ ਕੋਈ ਰਿਅਲਾਈਜ਼ ਕਰੇ ਨਾ ਕਰੇ, ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਖੁਦ ਰਿਅਲਾਈਜ਼ ਕੀਤਾ। ਇਹੀ ਕਾਰਨ ਸੀ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਦੋਵੇਂ ਰਾਜਾਂ ਦੇ ਮੰਤਰੀਆਂ, ਮੁੱਖ ਮੰਤਰੀਆਂ ਨੂੰ ਇਕੱਠੇ ਬਿਠਾਓ, ਗੱਲ ਕਰੋ। ਹੁਣ ਇਹ ਬੜਾ ਪੁਆਇੰਟ ਸਮਝਣ ਵਾਲਾ ਹੈ ਕਿ ਹੁਣ ਮੈਂ ਹਰਿਆਣੇ ਦਾ ਮੰਨ ਲਓ ਪੋਲੀਟੀਸ਼ੀਅਨ ਬਣ ਜਾਣਾ, ਇੱਕ ਮਿੰਟ ਲਈ ਲੈਟ ਮੀ ਬੀ ਔਨ ਦੀ ਅਦਰ ਸਾਈਡ ਆਫ ਦ ਟੇਬਲ। ਮੈਂ ਕੇਸ ਆਪਣੇ ਲੋਕਾਂ ਦੇ ਹੱਕਾਂ ਲਈ ਉਸ ਪਾਣੀ ਨੂੰ ਦੱਖਣੀ ਹਰਿਆਣੇ ਵਿੱਚ ਲਿਜਾਣ ਦੀ ਗੱਲ ਕਰ ਰਿਹਾ ਹਾਂ, ਕਿਉਂਕਿ ਹਰਿਆਣੇ ਵਿੱਚ ਵੀ ਇੱਕ ਵਿਤਕਰਾ ਹੋਇਆ ਹੈ। ਚੌਟਾਲਾ ਜਿਹੜੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਸੀ, ਔਰ ਜਿੰਨੀਆਂ ਨਹਿਰਾਂ ਕੱਟੀਆਂ ਹਰਿਆਣੇ ਦੀਆਂ, ਉਹ ਪਾਣੀ ਉਧਰਲੇ ਪਾਸੇ ਚਲਾ ਗਿਆ। ਦੱਖਣੀ ਹਰਿਆਣਾ ਰੇਵਾੜੀ ਦੀ ਜਿਹੜੀ ਪੂਰੀ ਬੈਲਟ ਹੈ, ਦਿੱਲੀ ਨੂੰ ਟੱਚ ਕਰਦੀ ਸੀ, ਉਹ ਬੈਲਟ ਚੁੱਤੀ ਰਹਿ ਗਈ। ਉੱਥੋਂ ਦੀ ਜਿਹੜੀ ਰਾਜਨੀਤੀ ਹੋਈ ਵੀ ਦੱਖਣੀ ਹਰਿਆਣੇ ਦੇ ਵਿੱਚ ਪਾਣੀ ਕਿਉਂ ਨਹੀਂ ਆਇਆ, ਤਾਂ ਹਰਿਆਣੇ ਦੀ ਆਪਣੀ ਪੋਲਿਟਿਕਸ ਹੈ। ਲੇਕਿਨ ਹਰਿਆਣੇ ਦਾ ਲੀਡਰ ਜਾਂ ਹਰਿਆਣੇ ਦੇ ਪੋਲੀਟੀਸ਼ੀਅਨ, ਹਰਿਆਣੇ ਦੀ ਜਿਹੜੀ ਸਿਆਸੀ ਜਮਾਤ ਹੈ, ਜੇ ਆਪਾਂ ਉਸ ਦੇ ਨਜ਼ਰੀਏ ਨਾਲ ਲਿਖੀਏ, ਕੇਸ ਉਹ ਇੱਕ ਤੋਂ ਬਾਅਦ ਇੱਕ ਸੁਪਰੀਮ ਕੋਰਟ ਵਿੱਚ ਜਿੱਤ ਚੁੱਕੇ ਹੋਣ, ਫਿਰ ਵੀ ਸੁਪਰੀਮ ਕੋਰਟ ਉਹਨਾਂ ਨੂੰ ਕਹੇ ਵੀ ਤੁਸੀਂ ਟੇਬਲ ਤੇ ਜਾ ਕੇ ਬਹਿ ਕੇ ਪੰਜਾਬ ਦੇ ਨਾਲ ਗੱਲ ਕਰੋ, ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਇੱਕ ਮਜ਼ਬੂਤ ਮੁੱਖ ਮੰਤਰੀ ਹੈ ਨਰਿੰਦਰ ਮੋਦੀ। ਤੇ ਨਰਿੰਦਰ ਮੋਦੀ ਕਹਿ ਲਈ ਵੀ, ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿ ਕੰਨ ਫੜ ਕੇ ਮਨੋਹਰ ਲਾਲ ਖੱਟਰ ਨੂੰ ਕਹੇ ਵੀ ਚਲੋ ਬੈਠ ਕੇ ਤੁਸੀਂ ਗੱਲ ਕਰੋ, ਆਪਸ ਦੇ ਵਿੱਚ ਮਸਲੇ ਨੂੰ ਹੱਲ ਕਰੋ। ਹੁਣ ਇਹੀ ਸਥਿਤੀ ਆਪਾਂ ਜੇ ਯੂਪੀ ਦੇ ਸਮੇਂ ਤੇ ਲਾ ਲਈਏ, ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੀ ਸੰਧੀਆਂ ਨੂੰ ਰੱਦ ਕਰਨ ਦਾ ਫੈਸਲਾ ਪੰਜਾਬ ਵਿਧਾਨ ਸਭਾ 'ਚ ਪਾਸ ਕਰ ਦਿੰਦੇ ਨੇ, ਤੇ ਮਨਮੋਹਨ ਸਿੰਘ ਦੇ ਦੇਸ਼ ਦੇ ਪ੍ਰਧਾਨ ਮੰਤਰੀ ਉਸ ਵਕਤ ਯੂਪੀ ਦੇ, ਉਹਨੂੰ ਪਤਾ ਨਹੀਂ ਲੱਗਦਾ। ਸੋਨੀਆ ਗਾਂਧੀ ਬਾਅਦ ਦੇ ਵਿੱਚ ਕੈਪਟਨ ਤੋਂ ਨਾਰਾਜ਼ ਵੀ ਹੁੰਦੇ ਨੇ। ਕੈਪਟਨ ਬਿਲਕੁਲ ਬਿਨਾਂ ਸਹਿਮਤੀ ਦੇ ਫੈਸਲਾ ਲੈ ਗਿਆ ਸੀ, ਜਦੋਂ ਕਿ ਬੜਾ ਵੱਡਾ ਇੰਟਰਸਟੇਟ ਫੈਸਲਾ ਸੀ। ਉਸ ਵਕਤ ਹਰਿਆਣਾ ਦੇ ਵਿੱਚ ਵੀ ਭੁਪਿੰਦਰ ਸਿੰਘ ਹੁੱਡੇ ਦੀ ਸਰਕਾਰ ਨਵੀਂ ਬਣੀ ਸੀ, ਸ਼ਾਇਦ ਇਫ ਆਈ ਐਮ ਨਾਟ ਰੋਂਗ, 2005 ਦੇ ਵਿੱਚ, ਹਾਂ 2005 ਦੇ ਵਿੱਚ ਸਰਕਾਰ ਬਣ ਗਈ ਸੀ। ਤੇ ਉਸ ਵਕਤ ਹਰਿਆਣਾ ਦੇ ਵਿੱਚ ਵੀ ਕਾਂਗਰਸ ਸਰਕਾਰ ਸੀ। ਇਤਰਾਜ਼ ਕਾਂਗਰਸ ਪਾਰਟੀ ਨੂੰ ਇਸ ਵਾਸਤੇ ਵੀ ਜ਼ਿਆਦਾ ਸੀ ਕਿ ਦੋਵੇਂ ਸੂਬਿਆਂ ਸਾਡੀ ਸਰਕਾਰ ਹੋਵੇ ਤੇ ਇੱਕ ਮੁੱਖ ਮੰਤਰੀ ਕਾਨੂੰਨ ਪਾਸ ਕਰ ਦੇਵੇ ਤੇ ਦੂਸਰਾ ਇਤਰਾਜ਼ ਕਰੇ। ਲੇਕਿਨ ਅੱਜ ਜੇ ਬੀਜੇਪੀ ਨੇ ਕਿਸੇ ਤਰੀਕੇ ਦਾ ਜ਼ੋਰ ਪਾ ਕੇ ਸੁਪਰੀਮ ਕੋਰਟ ਦੇ ਹਿਦਾਇਤਾਂ ਦੇ ਮੁਤਾਬਕ, ਸੁਪਰੀਮ ਕੋਰਟ ਵੀ ਕਹਿ ਰਿਹਾ ਕਿ ਇਸਦਾ ਸਿਆਸੀ ਹੱਲ ਤੁਸੀਂ ਦੋਵੇਂ ਲੱਭ ਲਓ, ਇਹ ਜ਼ਿਆਦਾ ਬਿਹਤਰ ਹੈ। ਜੇ ਕਾਨੂੰਨੀ ਨੁਕਤੇ ਤੇ ਫਸੇ ਰਹੋਗੇ ਤਾਂ ਕਿਤੇ ਨਾ ਕਿਤੇ ਫਿਰ ਜੇ ਅਦਾਲਤੀ ਫੈਸਲੇ ਹਰਿਆਣੇ ਦੇ ਹੱਕ ਵਿੱਚ ਹੈ ਤਾਂ ਫਿਰ ਉਹਨੂੰ ਲਾਗੂ ਕਰਾਉਣ ਲਈ ਕੋਈ ਜ਼ੋਰ ਜ਼ਬਰਦਸਤੀ ਕਰਨੀ ਪਏਗੀ। ਜ਼ਮੀਨੀ ਪੱਧਰ ਉੱਤੇ ਉਹਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੈਕਲੈਸ਼ ਹੋਣਾ ਹੈ। ਇਸ ਮੁੱਦੇ ਉੱਤੇ ਪਹਿਲਾਂ ਹੀ ਕਿਹਾ ਜਾਂਦਾ ਕਿ ਖੂਨ ਦੀਆਂ ਅਸੀਂ ਨਦੀਆਂ ਬਹਾਉਣ ਨੂੰ ਤਿਆਰ ਬੈਠੇ ਹਾਂ, ਤੇ ਇਵਨ ਹਰਿਆਣੇ ਦੇ ਵਿੱਚ ਵੀ ਨੈਰੇਟਿਵ ਚੱਲਦਾ ਵੀ ਇੱਕ ਵੀ ਤੁਪਕਾ ਨਹੀਂ ਜਾਣ ਦਿਆਂਗੇ ਜੀ, ਖੂਨ ਆਪਣਾ ਸਾਡੇ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ। ਐਵੇਂ ਅਬੇ ਚੌਟਾਲਾ ਵੀ ਗੱਲ ਕਰਦੇ ਨੇ ਵੀ ਅਸੀਂ ਤਾਂ ਜੀ ਸੜਕਾਂ ਬੰਦ ਕਰ ਦਾਂਗੇ, ਉੱਥੇ ਪੋਲੀਟੀਸ਼ੀਅਨ ਦਾ ਵੀ ਇਹੀ ਮਾਹੌਲ ਹੈ। ਸੋ ਵੱਡਾ ਇਸ਼ੂ ਹੈ ਕਿ ਇਸ ਦਾ ਪੋਲੀਟੀਕਲ ਹੱਲ ਲੱਭਣ ਦੀ ਜੇ ਸੰਜੀਦਾ ਕੋਸ਼ਿਸ਼ ਸੁਪਰੀਮ ਕੋਰਟ ਦੇ ਇਸ਼ਾਰੇ ਉੱਤੇ ਕੀਤੀ ਜਾ ਰਹੀ ਹੈ, ਉਸ ਨੂੰ ਥੋੜਾ ਜਿਹਾ ਥੰਮੇ ਨਾਲ ਸਮਝਣ ਵਾਲੀ ਗੱਲ ਹੈ। ਲੇਕਿਨ ਅਨਫੋਰਚੂਨੇਟ ਜਿਹੜਾ ਦੁਖਾਂਤ ਸਾਡੀ ਸਿਆਸਤ ਹੈ ਵੀ ਇੱਥੇ ਕੋਈ ਵੀ ਪੋਲੀਟੀਕਲ ਲੀਡਰ ਜਾਂ ਪਾਰਟੀ ਇਸ ਮਸਲੇ ਦਾ ਹੱਲ ਪੰਜਾਬ ਵਿੱਚ ਹੋਣ ਨਹੀਂ ਦੇਣਾ ਚਾਹੁੰਦੇ। ਮੈਂ ਇਸ ਚੀਜ਼ ਨੂੰ ਕਹਿ ਸਕਦਾ ਕਿਉਂਕਿ ਇੱਕ ਸਿਆਸੀ ਹੱਲ ਹੋਣਾ, ਸਿਆਸੀ ਹੱਲ ਕਰਨ ਲਈ ਸਾਡੇ ਲੀਡਰ, ਜੇ ਅੱਜ ਭਗਵੰਤ ਮਾਨ ਇੱਕ ਚੰਗਾ ਫੈਸਲਾ ਲੈਣ ਦੀ ਕੋਸ਼ਿਸ਼ ਵੀ ਕਰਦੇ, ਦੇਖੋ ਗਿਵ ਐਂਡ ਟੇਕ ਹੁੰਦਾ, ਇੱਕ ਨੈਗੋਸ਼ੀਏਸ਼ਨ ਹੁੰਦੀ ਹੈ, ਤੁਸੀਂ ਕੁਝ ਲੈਣਾ ਹੈ ਕੁਝ ਦੇਣਾ ਹੈ। ਕਦੋਂ ਤੁਸੀਂ ਟੇਬਲ ਤੇ ਬੈਠਦੇ ਹੋ ਤੁਸੀਂ ਇਸ ਨੀਅਤ ਦੇ ਨਾਲ ਨਹੀਂ ਬੈਠ ਸਕਦੇ ਕਿ ਮੈਂ ਤਾਂ ਸਭ ਕੁਝ ਲੈ ਕੇ ਜਾਣਾ ਹੈ ਤੇ ਮੈਂ ਦੇ ਕੇ ਕੁਝ ਨਹੀਂ ਜਾਣਾ। ਉਹ ਵੀ ਉਸ ਸਥਿਤੀ ਦੇ ਵਿੱਚ ਜਦੋਂ ਕਿ ਕਾਨੂੰਨੀ ਸਾਰੀਆਂ ਜੰਗਾਂ ਹਰਿਆਣਾ ਜਿੱਤ ਚੁੱਕਾ ਹੋਵੇ, ਕਾਨੂੰਨੀ ਪੱਖ ਉਹਨਾਂ ਦਾ ਮਜ਼ਬੂਤ ਹੋਵੇ, ਕੇਂਦਰ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਸਰਕਾਰ ਹੋਵੇ, ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਜਦੋਂ ਟੇਬਲ ਤੇ ਬੈਠਣਾ ਤੁਸੀਂ ਗਿਵ ਐਂਡ ਟੇਕ ਇੱਕ ਨੈਗੋਸ਼ੀਏਟ ਕਰਨਾ ਹੈ। ਲੇਕਿਨ ਅੱਜ ਭਗਵੰਤ ਮਾਨ ਇਸ ਪੋਜੀਸ਼ਨ ਦੇ ਵਿੱਚ, ਜਾਂ ਕੋਈ ਵੀ ਮੁੱਖ ਮੰਤਰੀ ਪੰਜਾਬ ਦਾ ਕੋਈ ਵੀ ਪਾਰਟੀ ਦਾ ਹੁੰਦਾ, ਉਹ ਇਸ ਪੋਜੀਸ਼ਨ ਵਿੱਚ ਇਸ ਵਾਸਤੇ ਨਾ ਹੁੰਦਾ ਕਿਉਂਕਿ ਇਸ ਮੁੱਦੇ ਉੱਤੇ ਪੰਜਾਬ ਦੇ ਵਿੱਚ ਹਮੇਸ਼ਾ ਸਿਆਸਤ ਤੇ ਸਿਰਫ ਸਿਆਸਤ ਹੋਈ ਹੈ। ਸਿਆਸਤ ਤੋਂ ਇਲਾਵਾ ਇਹਨਾਂ ਨੇ ਪਾਣੀ ਦੀ ਇੱਕ ਬੂੰਦ ਨਹੀਂ ਪੰਜਾਬ ਲਈ ਬਚਾ ਪਾਏ ਹੋਣਗੇ। ਲੇਕਿਨ ਸਾਰੇ ਪੋਲੀਟੀਕਲ ਪਾਰਟੀਆਂ ਅੱਜ
ਕੋਈ ਪਾਰਟੀ ਜੇ ਇਸ ਲਈ ਪਹਿਲ ਕਦਮੀ ਕਰਨੀ ਵੀ ਚਾਹੇਗੀ ਉਸ ਨੂੰ ਬੁਰੀ ਤਰ੍ਹਾਂ ਡਿਸਕ੍ਰੈਡਿਟ ਕਰਤਾ ਜਾਏਗਾ, ਕੋਈ ਫੈਸਲਾ ਲੈਣ ਨਹੀਂ ਦਿੱਤਾ ਜਾਏਗਾ ਤੇ ਚੋਣਾਂ ਦੇ ਨੇੜੇ ਆਉਂਦੇ ਹੀ SYL ਵਰਗੇ ਵਿਸ਼ੇ ਜਾਂ ਮੁੱਦੇ ਜਿਹੜੇ ਹੈਗੇ ਨੇ ਫਿਰ ਉੱਭਰਨੇ ਸ਼ੁਰੂ ਹੋ ਜਾਂਦੇ ਨੇ ਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਸ ਨੂੰ ਇਸ ਵਿਸ਼ੇ ਦੇ ਉੱਤੇ ਖਰਾਬ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। 2 ਦਹਾਕਿਆਂ ਦੇ ਵਿੱਚ ਮੇਰੇ ਆਪਣੇ ਕੈਰੀਅਰ ਦੇ ਵਿੱਚ ਜਾਂ ਪਿਛਲੇ 4.5 ਸਾਲ 4.5 ਦਹਾਕਿਆਂ ਦਾ ਜਿਹੜਾ ਇਤਿਹਾਸ ਹੈ ਉਸ ਦੇ ਵਿੱਚ ਕਿਸੇ ਪਾਰਟੀ ਨੇ ਗੰਭੀਰਤਾ ਦੇ ਨਾਲ ਇੱਕ ਸਿਆਸੀ ਮੁੱਦੇ ਤੋਂ ਬਾਅਦ SYL ਦੇ ਇਸ ਵਿਸ਼ੇ ਨੂੰ, ਪਾਣੀ ਦੇ ਵੰਡ ਦੇ ਇਸ ਵਿਸ਼ੇ ਨੂੰ ਦੇਖਿਆ ਹੀ ਨਹੀਂ। ਪੰਜਾਬ ਤੇ ਹਰਿਆਣਾ ਦੋਵਾਂ ਰਾਜਾਂ ਦੇ ਵਿੱਚ ਫਿਰ ਇਸ ਮਸਲੇ ਨੂੰ ਹੱਲ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਇਸ ਉੱਤੇ ਸਿਆਸਤ ਹੋਈ ਹੈ ਤੇ ਅੱਜ ਵੀ ਸਿਆਸਤ ਹੀ ਹੋ ਰਹੀ ਹੈ ਜੀ। ਹੋਣੀ ਹੈ ਅੱਗੇ ਵੀ। ਰਿਤੇਸ਼ ਜੀ, ਜਿਹੜੇ ਤੁਸੀਂ ਇੰਨੇ ਸਾਲ ਦਾ ਤੁਹਾਡਾ ਤਜਰਬਾ ਹੈਗਾ, ਤੁਸੀਂ ਦੇਖਦੇ ਆਏ ਹੋ ਕੇਸ ਨੂੰ ਸ਼ੁਰੂ ਤੋਂ ਹੀ, ਤਾਂ ਤੁਹਾਨੂੰ ਕੀ ਲੱਗਦਾ ਇਸ ਮਸਲੇ ਦਾ ਹੱਲ? ਤੁਸੀਂ ਕਹਿੰਦੇ ਪੋਲੀਟੀਕਲੀ ਹੈ, ਪਰ ਹੱਲ ਕੀ ਲੱਗਦਾ ਹੈਗਾ? ਕੀ ਆਲਟਰਨੇਟਿਵ ਦਾ ਕੋਈ ਹੋਰ ਹੋ ਸਕਦਾ ਜੋ ਪੇਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋ ਵੱਖ-ਵੱਖ ਥਾਵਾਂ ਤੋਂ? ਹਰਿਆਣਾ ਤਾਂ ਕਹਿ ਰਿਹਾ ਸਾਡਾ ਬਣਦਾ ਹਿੱਸਾ ਦਿਓ, ਪਰ ਪੰਜਾਬ ਕਹਿ ਰਿਹਾ ਸਾਡੇ ਕੋਲ ਪਾਣੀ ਨਹੀਂ ਹੈਗਾ, ਅੰਡਰਗਰਾਊਂਡ ਵਾਟਰ ਵੀ ਘੱਟ ਹੋ ਗਿਆ ਹੈਗਾ, ਉਹ ਵੀ ਪੋਲਿਊਟਡ ਹੋ ਗਿਆ ਹੈਗਾ, ਦਰਿਆ ਦਾ ਪਾਣੀ ਸੁੱਕ ਗਿਆ, ਸਤਲੁਜ ਨੂੰ ਤਾਂ ਮੁੱਖ ਮੰਤਰੀ ਸਿੱਧਾ ਹੀ ਕਹਿ ਦਿਆ ਉਹਦਾ ਨਾਲਾ ਬਣ ਗਿਆ। ਤਾਂ ਇਸ ਦਾ ਤੁਹਾਨੂੰ ਕੀ ਲੱਗਦਾ ਵੀ ਸੋਲੂਸ਼ਨ ਕੀ ਹੋਣਾ ਚਾਹੀਦਾ ਜਾਂ ਹੋ ਸਕਦਾ ਹੈ? ਪ੍ਰੋਬੇਬਿਲਿਟੀ ਸੋਲੂਸ਼ਨ ਤਾਂ ਆਪਾਂ ਤਾਂ ਲੱਭਾਂਗੇ ਨਾ, ਦੇਖੋ ਜੀ ਸ਼ੁਭ ਕਰਵਨ, ਜੇ ਸੋਲੂਸ਼ਨ ਮੇਰੇ ਕੋਲ ਹੋਵੇ, ਹਾਲਾਂਕਿ ਮੇਰੇ ਕੋਲ ਕੁਝ ਆਈਡੀਆਜ਼ ਹੈਗੇ ਨੇ, ਲੇਕਿਨ ਜੇ ਮੇਰੇ ਕੋਲ ਹੋਵੇ ਤਾਂ ਮੈਂ ਚਾਹਾਂਗਾ ਕਿ ਮੈਨੂੰ ਉਸ ਤੁਸੀਂ ਪੋਜੀਸ਼ਨ ਤੇ ਰੱਖੋ ਜਿੱਥੇ ਕਿ ਮੈਂ ਗੱਲ ਕਰਨ ਜੋਗਾ ਹੋਵਾਂ, ਪਹਿਲੀ ਗੱਲ। ਦੂਸਰਾ ਹੈ ਕਿ ਸੋਲੂਸ਼ਨ ਤੇ ਤਾਂ ਅਸੀਂ ਤਾਂ ਪਹੁੰਚਾਂਗੇ ਨਾ ਜੇ ਅਸੀਂ ਆਪਣੇ ਉਸ ਘੋੜੇ ਤੋਂ ਉਤਰਾਂਗੇ, ਉਸ ਸਿਆਸਤ ਦਾ ਜਿਹੜਾ ਘੋੜਾ ਜਿਸ ਉੱਤੇ ਸਵਾਰ ਹੋ ਕੇ ਆਪਾਂ SYL ਦੇ ਮੁੱਦੇ ਤੇ ਰਾਜਨੀਤੀ ਕਰਦੇ ਹਾਂ, ਜੇ ਆਪਾਂ ਉਸ ਘੋੜੇ ਤੋਂ ਉਤਰਾਂਗੇ ਫਿਰ ਸੋਲੂਸ਼ਨ ਦੀ ਗੱਲ ਤਲਾਸ਼ਾਂਗੇ। ਸੋਲੂਸ਼ਨ ਦੀ ਗੱਲ ਉਸ ਸਥਿਤੀ 'ਚ ਤਲਾਸ਼ੀ ਜਾਏਗੀ ਜਦੋਂ ਤੁਸੀਂ ਇੱਕ ਕਦਮ ਪਿੱਛੇ ਹਟਣ ਨੂੰ ਵੀ ਤਿਆਰ ਹੋ ਤੇ ਇਹ ਵੀ ਐਕਸਪੈਕਟ ਕਰੋ ਵੀ ਦੂਸਰਾ ਵੀ 2 ਕਦਮ ਪਿੱਛੇ ਹਟੇ, ਫਿਰ ਮੈਂ 1 ਕਦਮ ਪਿੱਛੇ ਹਟਦਾ। ਸੋਲੂਸ਼ਨ ਐਵੇਂ ਹੁੰਦੇ ਨੇ। ਰਾਜਨੀਤਿਕ ਜਿਹੜੀ ਨੈਗੋਸੀਏਸ਼ਨ ਹੈ, ਨੈਗੋਸੀਏਸ਼ਨ ਦਾ ਰੂਲ ਹੈ, ਆਰਟ ਹੈ, ਜਦੋਂ ਦੋਵੇਂ ਧਿਰਾਂ ਫਸ ਕੇ ਖੜ ਜਾਣ ਜਾਂ ਇਹ ਕਿਹਾ ਜਾਵੇ ਮੈਂ ਤਾਂ ਪਿੱਛੇ ਨਹੀਂ ਹਟਣਾ, ਉਸ ਸਥਿਤੀ ਵਿੱਚ ਨਾ ਨੈਗੋਸੀਏਸ਼ਨ ਹੁੰਦੀ ਹੈ ਨਾ ਫਿਰ ਸੋਲੂਸ਼ਨ ਹੁੰਦੇ ਨੇ। ਫਿਰ ਸੋਲੂਸ਼ਨ ਕੀ ਹੋਏਗਾ? ਸੋਲੂਸ਼ਨ ਹੁਣ ਫਿਰ ਕਹਿਤਾ ਗਿਆ ਵੀ ਮਾਮਲਾ, ਹੁਣ ਦੇਖੋ ਭਗਵੰਤ ਮਾਨ ਅੱਜ ਇਹ ਕਹਿ ਕੇ ਉੱਠੇ ਨੇ ਕਿ ਜੀ ਮਾਮਲਾ ਤਾਂ ਸੁਪਰੀਮ ਕੋਰਟ 'ਚ ਹੈ। ਸੁਪਰੀਮ ਕੋਰਟ 'ਚ ਮਾਮਲਾ ਨਹੀਂ ਹੈ, ਸੁਪਰੀਮ ਕੋਰਟ ਨੇ ਤਾਂ ਫੈਸਲਾ ਸੁਣਾ ਦਿੱਤਾ ਹੈ, ਫੈਸਲਾ ਤਾਂ ਪੰਜਾਬ ਦੇ ਵਿਰੁੱਧ ਹੈਗਾ। ਪੰਜਾਬ ਦੀ ਮੰਗ ਹੈ ਕਿ ਨਵਾਂ ਟ੍ਰਿਬਿਊਨਲ ਬਿਠਾਓ। ਹਾਂ, ਇਹ ਬਿਲਕੁਲ ਠੀਕ ਹੈ ਕਿ ਇੱਕ ਨਵਾਂ ਟ੍ਰਿਬਿਊਨਲ ਬਹਿ ਸਕਦਾ ਹੈ, ਇਸ ਚੀਜ਼ ਲਈ ਹਰਿਆਣਾ ਰਾਜ਼ੀ ਹੋਵੇ, ਇਸ ਚੀਜ਼ ਲਈ ਸੁਪਰੀਮ ਕੋਰਟ ਮੰਨੇ ਤੇ ਇੱਕ ਨਵਾਂ ਟ੍ਰਿਬਿਊਨਲ ਬਣੇ, ਉਹਦੇ ਵਿੱਚ ਚੀਜ਼ਾਂ ਨੂੰ ਰਿਵਾਈਜ਼ ਕੀਤਾ ਜਾਵੇ। 25 ਸਾਲ ਹੋ ਗਏ, ਉਹਨੇ ਕਿਹਾ 25 ਸਾਲ ਹੋ ਗਏ ਨੇ, ਵੀ 33 ਸਾਲ ਹੋ ਗਏ ਨੇ, 25 ਸਾਲ ਤੋਂ ਬਾਅਦ ਨਵਾਂ ਟ੍ਰਿਬਿਊਨਲ ਬੈਠ ਜਾਂਦਾ ਹੈ। ਪਰ ਜਿਹੜਾ ਯਮੁਨਾ ਵਾਲਾ ਸੋਲੂਸ਼ਨ ਤੁਹਾਨੂੰ ਲੱਗਦਾ ਹੋ ਸਕਦਾ, ਉਹ ਫੀਜ਼ੀਬਲ ਹੈ? ਉਹਦੇ ਨਾਲ ਦੋਨੋਂ ਧਿਰਾਂ ਖੁਸ਼ ਹੋ ਸਕਦੀਆਂ ਨੇ ਵੀ ਜੀ ਯਮੁਨਾ ਦਾ ਪਾਣੀ, ਯਮੁਨਾ ਦਾ ਸੋਲੂਸ਼ਨ ਹਰਿਆਣਾ ਨੂੰ ਕਿਉਂ ਐਕਸੈਪਟੇਬਲ ਹੋਏਗਾ? ਹਰਿਆਣਾ ਜਿਸ ਨੂੰ 22 ਸਾਲਾਂ ਜਾਂ 23 ਸਾਲਾਂ ਦੇ ਵਕਫੇ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਦੇ ਹੱਕ ਵਿੱਚ ਫੈਸਲਾ ਆਉਣ ਤੋਂ ਬਾਅਦ ਵੀ ਜੇ ਇੱਕ ਬੂੰਦ ਪਾਣੀ ਹਰਿਆਣਾ ਨੂੰ ਨਹੀਂ ਗਿਆ ਤਾਂ ਆਪਾਂ ਇਹ ਚੀਜ਼ ਕਿਉਂ ਸੋਚ ਕੇ ਚੱਲੀਏ ਕਿਉਂਕਿ ਭਗਵੰਤ ਮਾਨ ਨੇ ਆਪਣੇ ਮੂੰਹ ਤੋਂ ਇੱਕ ਫੈਂਸੀ ਜਿਹੜਾ SYL ਦਾ YSL ਟਰਮ ਕੱਢਤੀ ਹੈ, ਜੋ ਕਿ ਸਾਡੇ ਪੱਤਰਕਾਰਾਂ ਨੂੰ ਜਾਂ ਸਾਨੂੰ ਕਾਫੀ ਜ਼ਿਆਦਾ ਆਕਰਸ਼ਿਤ ਕਰ ਰਹੀ ਹੈ। ਇਹਦੇ 'ਚ ਆਕਰਸ਼ਣ ਵਾਲੀ ਕੋਈ ਗੱਲ ਨਹੀਂ ਹੈ। ਇਸ ਤੋਂ ਜ਼ਿਆਦਾ ਆਕਰਸ਼ਣ ਤਾਂ ਉਸ ਦਿਨ ਹੋਇਆ ਸੀ ਜਿਸ ਦਿਨ 2004-5 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੀ ਜਿਹੜੀ ਸੰਧੀ ਸੀਗੀਆਂ, ਜਿਹੜੇ ਸਮਝੌਤੇ ਸੀ ਪਾਣੀਆਂ ਦੇ, ਉਹਨਾਂ ਨੂੰ ਜਦੋਂ ਰੱਦ ਕੀਤਾ, ਉਹ ਇੱਕ ਕਦਮ ਸੀ ਜਿਸ ਨੂੰ ਲੈ ਕੇ ਜ਼ਿਆਦਾ ਐਕਸਾਈਟਮੈਂਟ ਹੋਈ ਸੀ ਦੇਸ਼ ਵਿੱਚ, ਰੌਲਾ ਰੱਪਾ। ਇਹ ਤਾਂ ਬਿਆਨਬਾਜ਼ੀ ਹੈ। ਹੁਣ SYL ਕਰ ਦੋ, YSL ਕਰ ਦੋ, ਪਾਣੀ ਤਾਂ ਕਿਤੋਂ ਕੋਈ ਵੀ ਮੰਗ ਸਕਦਾ। ਇਹ ਤਾਂ ਗੱਲਾਂ ਮੰਗਾਂ ਦੀਆਂ ਨੇ। ਗੱਲ ਇਹ ਵੀ ਤੁਸੀਂ ਅਦਾਲਤਾਂ ਦੇ ਵਿੱਚ ਸਰਕਾਰਾਂ ਦੇ ਸਾਹਮਣੇ ਇਹੋ ਜਿਹਾ ਕਿਹੜਾ ਸੋਲੂਸ਼ਨ ਲੈ ਕੇ ਜਾ ਰਹੇ ਹੋ? ਇਹ ਕੋਈ ਸੋਲੂਸ਼ਨ ਨਹੀਂ ਹੈ। ਇਹ ਕਹਿ ਦੇਣਾ ਕਿ ਅਸੀਂ ਪਾਣੀ ਨਹੀਂ ਦੇਣਾ, ਇਹ ਕੋਈ ਸੋਲੂਸ਼ਨ ਨਹੀਂ ਹੈ। ਹਰਿਆਣਾ ਕਹਿ ਦੇਵੇ ਜੀ ਅਸੀਂ ਤਾਂ ਪਾਣੀ ਲੈ ਕੇ ਰਹਿਣਾ, ਇਹ ਕੋਈ ਸੋਲੂਸ਼ਨ ਨਹੀਂ। ਜੇ ਤੁਸੀਂ ਟੇਬਲ ਤੇ ਬੈਠੇ ਹੋ ਤੇ ਜੇ ਤੁਸੀਂ ਇਸ ਨੀਅਤ ਦੇ ਨਾਲ ਬੈਠੇ ਹੋ, ਹਾਂ ਮੁੱਦਾ ਬਣਦਾ ਇਹ ਜਾ ਰਿਹਾ ਹੈ ਕਿ ਸਾਡੀ ਪੋਲੀਟੀਕਲ ਪਾਰਟੀਆਂ ਜਾਂ ਸਾਡੀਆਂ ਸਰਕਾਰਾਂ, ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ, ਅਕਾਲੀ ਦਲ ਦੀ ਸਰਕਾਰ ਰਹੀ, ਜਦ ਵੀ SYL ਮੁੱਦੇ ਉੱਤੇ ਕਿਸੇ ਵੀ ਮੰਚ ਤੇ ਬੈਠਣ ਗਏ, ਤੁਸੀਂ ਮੰਨੋਗੇ ਨਹੀਂ, ਕਈ ਇਹਨਾਂ ਦੀ ਆਲ ਪਾਰਟੀ ਮੀਟਿੰਗਾਂ ਹੋਈਆਂ ਨੇ, ਸਰਬ ਪਾਰਟੀ ਮੀਟਿੰਗਾਂ ਕਿੰਨੀਆਂ ਹੋ ਚੁੱਕੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪਾਣੀਆਂ ਦੀ ਸੰਧੀਆਂ ਦਾ ਜਿਹੜਾ ਸਮਝੌਤਿਆਂ ਦਾ ਫੈਸਲਾ ਲਿਆ ਸੀ, ਕਾਨੂੰਨ ਪਾਸ ਕੀਤਾ ਸੀ, ਉਸ ਵਕਤ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਗਵਰਨਰ ਨੂੰ ਇਕੱਠੇ ਮਿਲਣ ਗਏ ਸੀ। ਉਹ ਜਿਹੜਾ ਬਿੱਲ ਇਹਨਾਂ ਨੇ ਪਾਸ ਕੀਤਾ ਸੀ, ਉਸ ਵਕਤ ਇਫ ਆਈ ਐਮ ਨਾਟ ਰੋਂਗ ਗਵਰਨਰ OP ਵਰਮਾ ਹੁੰਦੇ ਸੀ, ਇਫ ਆਈ ਐਮ ਨਾਟ ਰੋਂਗ, ਤੇ ਉਹਨਾਂ ਨੂੰ ਜਾ ਕੇ ਮਿਲੇ ਨੇ ਤੇ ਇਕੱਠੇ ਦੋਵੇਂ ਗੁਲਦਸਤਾ ਲੈ ਕੇ ਉਸ ਸਮੇਂ ਤੇ ਗਵਰਨਰ ਨੂੰ ਮਿਲੇ ਨੇ। ਸੋ ਮੁੱਦੇ ਤਾਂ ਇਹ ਹੈਗੇ ਨੇ ਵੀ ਇਹ ਤਾਂ ਸਿਆਸਤ ਹੋ ਰਹੀ ਹੈ। ਕੋਈ ਵੀ ਪਾਰਟੀ ਹੋਵੇ, ਪਹਿਲਾਂ ਤਾਂ ਹੈ ਵੀ ਤੁਸੀਂ ਸਾਰੀਆਂ ਪਾਰਟੀਆਂ ਮਿਲ ਕੇ, ਪੰਜਾਬ ਦੀਆਂ ਪਾਰਟੀਆਂ ਮਿਲ ਕੇ ਇੱਕ ਪਹਿਲਾਂ ਖੁਦ ਦਾ ਇੱਕ ਖਾਕਾ ਤਿਆਰ ਕਰ ਲਓ। ਹੁਣ ਸਰਬ ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ, ਉਹ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਂਦਾ ਵੀ ਪੰਜਾਬ ਦਾ ਪਾਣੀ ਘੱਟ ਹੈ, ਪੰਜਾਬ ਦਾ ਪਾਣੀ ਅਸੀਂ ਨਹੀਂ ਦੇਣਾ ਤੇ ਇੱਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾਏਗਾ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਹ ਸਾਰੀਆਂ ਪਾਰਟੀਆਂ ਆਪਣੇ ਸਟੈਂਡ ਤੇ ਕਾਇਮ ਨੇ। ਹੁਣ ਇਹ ਰੈਜ਼ੋਲੂਸ਼ਨ ਨਿਕਲਦਾ ਹੈ, ਉਸ ਤੋਂ ਬਾਅਦ ਮੁੱਖ ਮੰਤਰੀ ਅਕ੍ਰੋਸ ਦ ਟੇਬਲ ਬਹਿ ਜਾਂਦੇ ਨੇ। ਹਰਿਆਣਾ ਦੇ ਮੁੱਖ ਮੰਤਰੀ, ਕੇਂਦਰ ਦੇ ਜਿਹੜੇ ਜਲ ਸ਼ਕਤੀ ਮੰਤਰੀ ਨੇ, ਉਸ ਮੈਂਡੇਟ ਦੇ ਨਾਲ ਬੈਠ ਕੇ ਕੋਈ ਸੋਲੂਸ਼ਨ ਤਾਂ ਨਿਕਲਣ ਦੀ ਰਾਹ ਹੀ ਨਹੀਂ ਬਚਦੀ ਹੈ, ਕੋਈ ਸਪੇਸ ਹੀ ਨਹੀਂ ਬਚ ਰਿਹਾ ਸੋਲੂਸ਼ਨ ਨਿਕਲਣ ਦਾ।
ਜੇ ਕੋਈ ਗਿਵ ਐਂਡ ਟੇਕ ਦਾ ਫਾਰਮੂਲਾ ਹੋਵੇ, ਕੋਈ ਅਜਿਹੇ ਬੁੱਧੀਜੀਵੀ ਹੋਣ ਜਾਂ ਕੋਈ ਵਾਟਰ ਇਰੀਗੇਸ਼ਨ ਐਕਸਪਰਟਸ, ਅਨਫੋਰਚੂਨੇਟ ਪਾਰਟ ਹੈ ਵੀ ਸਾਡੇ ਜਿਹੜੇ ਐਕਸਪਰਟਸ ਰਹੇ ਨੇ ਉਹਨਾਂ ਦੇ ਵੀ ਜਿਹੜੇ ਸਟੈਂਡ ਰਹੇ ਨੇ ਕਈ ਵਾਰ ਉਹ ਬਹੁਤ ਹੀ ਡਿਫਰੈਂਟ ਹੁੰਦੇ ਨੇ। ਹਰਿਆਣਾ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਅੱਖਾਂ ਬੰਦ ਕਰਕੇ ਉਹਨਾਂ ਦਾ ਪੱਖ ਲੈਣਾ, ਉਹਨਾਂ ਕੋਲ ਵੀ ਆਪਣੇ ਲੌਜਿਕ ਹੈਗੇ ਨੇ। ਅਜਿਹਾ ਨਹੀਂ ਹੈ ਕਿ ਹਰਿਆਣਾ ਦੇ ਲੌਜਿਕ ਨਹੀਂ ਆ, ਆਫਟਰ ਆਲ ਸੁਪਰੀਮ ਕੋਰਟ ਤਾਂ ਕਿਸੇ ਬੂਤੇ ਉੱਤੇ ਹੀ ਹਰਿਆਣਾ ਇਹ ਕੇਸ ਨੂੰ ਜਿੱਤਦਾ ਰਿਹਾ। ਆਪਾਂ ਉਸ ਚੀਜ਼ ਨੂੰ ਅੱਖਾਂ ਕਿਵੇਂ ਮੂੰਹ ਕਿਵੇਂ ਫੇਰ ਸਕਦੇ ਹਾਂ ਇਸ ਤੱਥ ਤੋਂ ਕਿ ਜੀ ਸੁਪਰੀਮ ਕੋਰਟ ਦੇ ਵਿੱਚ ਤਕਰੀਬਨ 25 ਸਾਲਾਂ ਦੇ ਵਿੱਚ ਤੁਸੀਂ 2 ਜਾਂ 3 ਸਕਰੂਟਨੀਜ਼ ਹੋਈਆਂ, 5 ਜੱਜਾਂ ਦੇ ਬੈਂਚ ਨੇ ਵੀ ਤੁਹਾਡੀ ਕਨਸਟੀਟਿਊਸ਼ਨੈਲਿਟੀ ਨੂੰ ਤੁਸੀਂ ਸਾਰੇ ਸਮਝੌਤੇ ਰੱਦ ਕਰਕੇ ਦੇਖ ਲਏ, ਤੁਸੀਂ ਹਰ ਉਹ ਕਾਨੂੰਨੀ ਪੈਂਤੜਾ ਅਪਣਾ ਕੇ ਵੇਖ ਲਿਆ, ਲੇਕਿਨ ਇਸ ਦੇ ਬਾਵਜੂਦ ਜੇ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਰਾਹਤ ਨਹੀਂ ਮਿਲ ਪਾਈ ਹੈ, ਇਸ ਦਾ ਕੋਈ ਕਾਰਨ ਤਾਂ ਹੋਏਗਾ। ਉਸ ਨੂੰ ਕਾਰਨ ਨੂੰ ਟਟੋਲਣਾ, ਆਪਣੀ ਕਮੀ ਖਾਮੀ ਨੂੰ ਸਮਝਣਾ ਤੇ ਫਿਰ ਉਸ ਲੂਜ਼ ਪੁਆਇੰਟ ਦੇ ਉੱਤੇ ਕੋਈ ਜੇ ਆਪਾਂ ਬਾਰਗੇਨ ਕਰ ਸਕੀਏ ਤਾਂ ਉਹਦੇ ਵਿੱਚ ਜੇ ਆਪਾਂ SYL ਦੇ ਮੁੱਦੇ ਨੂੰ ਹੱਲ ਕਰਨਾ ਚਾਹੁੰਦੇ ਹਾਂ, ਹੋ ਸਕਦਾ ਹੈ ਵੀ ਲੱਗ ਰਿਹਾ ਹੋਵੇ ਵੀ ਇਸ ਮੁੱਦੇ ਨੂੰ ਲਟਕਣ ਦਿੱਤਾ ਜਾਵੇ। ਤੇ ਇਹ ਚੀਜ਼ ਰਹੀ ਹੈ ਵੀ ਸਰਕਾਰਾਂ ਦੀ ਕੋਸ਼ਿਸ਼ ਹੈ ਵੀ ਸਾਡੇ ਕਾਰਜਕਾਲ ਦੇ ਸਮੇਂ ਕੋਈ ਅਜਿਹੀ ਸਥਿਤੀ ਨਾ ਬਣੇ ਕਿ ਕੋਈ ਲਾਅ ਐਂਡ ਆਰਡਰ ਦੀ ਅਜਿਹੀ ਸਥਿਤੀ ਬਣ ਜਾਏ ਜਿਹਦੇ ਨਾਲ ਸਾਨੂੰ ਇਸ ਸਥਿਤੀ ਨਾਲ ਨਜਿੱਠਣਾ ਪਵੇ। ਮਿਸਾਲ ਦੇ ਤੌਰ ਤੇ ਹੁਣ ਮੰਨ ਲਓ ਇੱਕ ਸਮਾਂ ਆ ਗਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜੇ ਬਾਈ ਚਾਂਸ ਸੁਪਰੀਮ ਕੋਰਟ ਰੂਲਿੰਗ ਕਰ ਦਿੰਦੇ ਆ ਵੀ ਉਸ ਫਿਰ ਤੋਂ ਕਹਿ ਦਿੰਦੇ ਵੀ SYL ਕਨਾਲ ਬਣਨੀ ਚਾਹੀਦੀ ਹੈ, ਹਰਿਆਣੇ ਦੇ ਹੱਕ 'ਚ ਫੈਸਲਾ ਆ ਜਾਂਦਾ ਤਾਂ ਇਹਦੇ ਇੰਪਲੀਕੇਸ਼ਨਸ ਪੰਜਾਬ ਵਾਸਤੇ ਕੀ ਹੋ ਸਕਦੇ ਨੇ? ਕਿਉਂਕਿ ਵੱਖ-ਵੱਖ ਮੁੱਖ ਮੰਤਰੀ ਇਹੀ ਕਹਿੰਦੇ ਆਏ ਨੇ ਵੀ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਡਿਟੀਰੀਓਰੇਟ ਹੋ ਸਕਦੀ ਹੈ ਪੰਜਾਬ ਦੇ ਅੰਦਰ। ਇਸ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਜਪਾ ਸਰਕਾਰ ਨੇ ਡੀਨੋਟੀਫਾਈ ਕੀਤਾ ਸੀ, ਜਿੰਨੀ ਵੀ ਲੈਂਡ ਲਈ ਗਈ ਸੀ ਜ਼ਿਮੀਂਦਾਰਾਂ ਤੋਂ SYL ਬਣਾਉਣ ਵਾਸਤੇ, ਉਹ ਡੀਨੋਟੀਫਾਈ ਕਰਤੀ ਸੀ ਆਪਣੀ ਸਰਕਾਰ ਵੇਲੇ ਜਦੋਂ ਇਹ ਸਰਕਾਰ ਸੀ, ਤਾਂ ਉਹ ਲੈਂਡ ਵਾਪਸ ਐਕਵਾਇਰ ਕਰਨੀ ਉਹ ਵੀ ਇੱਕ ਵੱਡਾ ਪ੍ਰੋਸੈਸ ਹੈ। ਉਹ ਸਾਰੀ ਚੀਜ਼ ਨਾਲ ਕਿਵੇਂ ਨਜਿੱਠਿਆ ਜਾਊਗਾ? ਫਿਰ ਦੇਖੋ, ਲੈਂਡ ਐਕਵਾਇਰ ਕਰਨ ਦਾ ਸਵਾਲ ਤਾਂ ਉੱਠਦਾ ਜੇ ਪੰਜਾਬ ਇਸ ਗੱਲ ਲਈ ਰਾਜ਼ੀ ਹੋਏਗਾ। ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਬੜਾ ਇੰਪੋਰਟੈਂਟ ਪੁਆਇੰਟ ਹੈ। ਇਹ ਚੀਜ਼ ਆਪਾਂ ਕਲੀਅਰ ਮੰਨ ਕੇ ਸਮਝ ਲਈਏ, ਆਪਣੇ ਦਿਮਾਗ ਦੇ ਵਿੱਚ ਬਿਠਾ ਲਈਏ ਕਿ ਸੁਪਰੀਮ ਕੋਰਟ ਵਿੱਚ ਹੁਣ ਕੋਈ ਫੈਸਲਾ ਆਉਣਾ ਬਾਕੀ ਨਹੀਂ ਹੈ। ਸੁਪਰੀਮ ਕੋਰਟ ਨੇ ਪੰਜਾਬ ਦੇ ਵਿਰੁੱਧ ਫੈਸਲਾ ਸੁਣਾ ਚੁੱਕਾ ਹੈ, ਹਰਿਆਣੇ ਦੇ ਪੱਖ 'ਚ ਹੈ। ਸੁਪਰੀਮ ਕੋਰਟ ਦੇ ਮੁਤਾਬਕ ਪਾਣੀ ਹਰਿਆਣੇ ਨੂੰ ਦਿਓ ਤੇ SYL ਦਾ ਨਿਰਮਾਣ ਉਸਾਰੀ ਪੂਰੀ ਕਰੋ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। 25 ਸਾਲਾਂ ਦੇ ਵਿੱਚ 2 ਜਾਂ 3 ਵਾਰ ਇਹ ਫੈਸਲਾ ਸੁਣਾਇਆ। ਨੰਬਰ 1, ਜਦੋਂ 2004 ਦੇ ਵਿੱਚ ਅਜਿਹੀ ਤਲਵਾਰ ਲਟਕੀ ਸੀ, ਜਦੋਂ ਇੰਜ ਲੱਗਾ ਸੀ ਕਿ ਸੁਪਰੀਮ ਕੋਰਟ ਹੁਣ ਅਗਲਾ ਫੈਸਲਾ ਇਹ ਸੁਣਾਏਗਾ, ਤੇ ਇਹ ਸੁਪਰੀਮ ਕੋਰਟ ਨੇ ਇਸ਼ਾਰਾ ਕਰ ਵੀ ਦਿੱਤਾ ਸੀ ਆਪਣੇ ਫੈਸਲੇ ਵਿੱਚ ਕਿ ਹੁਣ ਤੁਸੀਂ ਫੌਜ ਨੂੰ ਤੈਨਾਤ ਕਰ ਦਿਓ, ਪੈਰਾਮਿਲਟਰੀ ਫੋਰਸਸ ਲਗਾ ਦਿਓ ਤਾਂ ਕਿ ਅਸੀਂ ਉਹ ਨਹਿਰ ਨੂੰ ਬਣਾ ਕੇ ਛੱਡਣਾ ਹੈ। ਤਰੀਕਾ ਇਹ ਹੁੰਦਾ ਨਾ, ਜਦੋਂ ਦੇਸ਼ ਦੀਆਂ ਅਦਾਲਤਾਂ ਜਿਹੜੀਆਂ ਹੁੰਦੀਆਂ ਨੇ, ਅਦਾਲਤਾਂ ਨੇ ਕੋਈ ਚੀਜ਼ ਨੂੰ ਲਾਗੂ ਕਰਾਣਾ ਤਾਂ ਫਿਰ ਉਹ ਤਾਕਤ ਤੇ ਬਲ ਦਾ ਪ੍ਰਯੋਗ ਕਰਨ ਦੀ ਸਮਰੱਥਾ ਰੱਖਦੇ ਨੇ। ਲੇਕਿਨ ਇਹ ਚੀਜ਼ ਨੂੰ ਸੁਪਰੀਮ ਕੋਰਟ ਵੀ ਚੰਗੀ ਤਰ੍ਹਾਂ ਸਮਝਦਾ ਵੀ ਤੁਸੀਂ ਜੇ ਫੋਰਸ ਲਗਾ ਦੋਗੇ ਤੇ ਇੱਕ ਸਟੇਟ ਹੀ ਤੁਹਾਡੇ ਖਿਲਾਫ ਹੋਇਆ ਪਿਆ, ਸਰਕਾਰ ਹੀ ਨਹੀਂ ਮੰਨ ਰਹੀ ਹੈ, ਉੱਥੇ ਤੁਹਾਨੂੰ ਲਾਅ ਐਂਡ ਆਰਡਰ ਦੇ ਪੱਖੋਂ ਕੋਈ ਮਦਦ ਨਹੀਂ ਮਿਲਣੀ ਹੈ। ਉਸ ਸਥਿਤੀ ਦੇ ਵਿੱਚ 2-3 ਚੀਜ਼ਾਂ ਹੋ ਸਕਦੀਆਂ। ਕਨਸਟੀਟਿਊਸ਼ਨਲੀ ਸਰਕਾਰ ਟੁੱਟ ਵੀ ਸਕਦੀ ਹੈ ਜੇ ਸੁਪਰੀਮ ਕੋਰਟ ਕਹੇ ਕਿ ਤੁਸੀਂ ਸੁਪਰੀਮ ਕੋਰਟ ਦਾ ਮੰਨ ਲਓ, ਮੈਂ ਹਾਈਪੋਥੈਟੀਕਲ ਸਿਚੁਏਸ਼ਨ ਦੇ ਰਿਹਾ ਕਿ ਸੁਪਰੀਮ ਕੋਰਟ, ਹਾਲਾਂਕਿ ਸੁਪਰੀਮ ਕੋਰਟ ਨੇ ਬੜੇ ਠਰੰਮੇ ਦੇ ਨਾਲ ਦੋਵੇਂ ਪਾਰਟੀਆਂ ਨੂੰ ਤਾਂ ਹੀ ਕਿਹਾ ਨਾ ਵੀ ਇਹਦਾ ਪੋਲੀਟੀਕਲ ਸੋਲੂਸ਼ਨ ਤਲਾਸ਼ੋ, ਇਹ ਸਾਡੇ ਫੈਸਲਿਆਂ ਦੇ ਨਾਲ ਇਹ ਹੱਲ ਨਿਕਲਣਾ ਹੁੰਦਾ ਤਾਂ 25-30 ਸਾਲਾਂ ਪਹਿਲਾਂ ਨਿਕਲ ਚੁੱਕਾ ਹੁੰਦਾ। ਇਸ ਵਾਰ ਤੁਸੀਂ ਟੇਬਲ ਤੇ ਬਹਿ ਲਓ, ਜੇ ਤੁਸੀਂ ਰਾਜੀਨਾਮਾ ਕਰ ਸਕਦੇ ਹੋ ਕੁਝ ਕਰੋ। ਲੇਕਿਨ ਜੇ ਸੁਪਰੀਮ ਕੋਰਟ ਕਹਿ ਦਿੰਦਾ ਹੈ ਤੇ ਸਰਕਾਰ ਉਸਦੀ ਪਾਲਣਾ ਨਹੀਂ ਕਰ ਸਕਦੀ, ਕੋਈ ਵੀ ਸਰਕਾਰ ਪੰਜਾਬ ਦੀ ਭੰਗ ਹੋ ਸਕਦੀ ਹੈ। ਤੁਹਾਨੂੰ ਯਾਦ ਹੋਏਗਾ ਫੈਗੈਂਟ ਤੇ 2017 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਤਾਂ ਇਹ ਸਿਚੁਏਸ਼ਨ ਆਈ ਸੀ, ਜਦੋਂ ਤੁਸੀਂ ਕਹਿ ਰਹੇ ਹੋ ਵੀ ਡੀਨੋਟੀਫਾਈ ਕੀਤਾ, ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ SYL ਲਈ ਲਈਆਂ ਗਈਆਂ ਸੀ ਉਹਨਾਂ ਨੂੰ ਵਾਪਸ ਮੋੜੀਆਂ ਜਾਣੀਆਂ ਜਾਂ ਉਹਨਾਂ ਨੂੰ ਕਬਜ਼ੇ ਕਰਵਾਉਣੇ ਸ਼ੁਰੂ ਕੀਤੇ। ਉਸ ਵਕਤ ਇਹ ਜ਼ਿਕਰ ਆ ਗਿਆ ਸੀ ਕਿ ਆਪਣੀ ਸਰਕਾਰ ਵੀ ਤੋੜਨ ਨੂੰ ਤਿਆਰ ਬੈਠੇ ਆ, ਜਦ ਕਿ ਸਰਕਾਰ ਤਾਂ ਆਲਰੇਡੀ ਕੁਝ ਮਹੀਨੇ ਰਹਿ ਚੁੱਕੇ ਸੀ। ਤਾਂ ਉਹ ਕਹਿੰਦੇ ਵੀ ਚੀਚੀ ਨੂੰ ਉਂਗਲੀ ਨੂੰ ਖੂਨ ਲਗਵਾ ਕੇ ਸ਼ਹੀਦ ਬਣਨ ਵਾਲੀ ਗੱਲ ਦੀ ਫੀਲਿੰਗ ਲੈਣਾ ਚਾਹ ਰਹੀ ਸੀ ਉਸ ਵਕਤ ਦੀ ਤਤਕਾਲੀ ਅਕਾਲੀ ਸਰਕਾਰ। ਲੇਕਿਨ ਇਹ ਸਥਿਤੀ ਆ ਸਕਦੀ ਹੈ, ਕਨਸਟੀਟਿਊਸ਼ਨਲ ਬ੍ਰੇਕਡਾਊਨ ਦੇ ਚੱਲਦੇ ਇੱਕ ਸੂਬੇ ਦੀ ਸਰਕਾਰ ਟੁੱਟ ਸਕਦੀ ਹੈ, ਪੈਰਾਮਿਲਟਰੀ ਫੋਰਸਸ, ਆਰਮੀ ਦੀ ਤੈਨਾਤੀ ਕੀਤੀ ਜਾ ਸਕਦੀ ਹੈ। ਇਹ ਕੁਝ ਮੈਜਰਸ ਨੇ ਜੋ ਕਿ ਸੁਪਰੀਮ ਕੋਰਟ ਕਰਨਾ ਨਹੀਂ ਚਾਹੁੰਦਾ, ਕਿਉਂਕਿ ਸੁਪਰੀਮ ਕੋਰਟ ਮਹਿਸੂਸ ਕਰਦਾ ਕਿ ਇਹ ਸਥਿਤੀ, ਕਿਉਂਕਿ ਸਾਊਥ ਇੰਡੀਆ ਦੀ ਕਈ ਸਟੇਟ ਤੇ ਕਾਵੇਰੀ ਜਲ ਵਿਵਾਦ ਉੱਤੇ ਅਸੀਂ ਦੇਖਿਆ ਵੀ ਉੱਥੇ ਕਿਉਂਕਿ ਪਾਣੀ ਇੱਕ ਬੜਾ ਇਮੋਸ਼ਨਲ ਵਿਸ਼ਾ ਹੈ, ਇਸ ਨੂੰ ਲੈ ਕੇ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੋਣ ਦੇ ਕਾਰਨ ਭਾਵੇਂ ਕੋਈ ਵੀ ਦੇਸ਼ ਦਾ ਰਾਜ ਹੋਵੇ, ਉੱਥੇ ਇੱਕ ਬਹੁਤ ਖੂਨੀ ਲੜਾਈਆਂ ਲੜੀਆਂ ਜਾ ਸਕਦੀਆਂ ਨੇ, ਲੜੀਆਂ ਜਾਂਦੀਆਂ ਰਹੀਆਂ ਨੇ। ਸੋ ਚਾਹੇ ਸਾਊਥ ਇੰਡੀਆ ਚਲੇ ਜਾਓ, ਚਾਹੇ ਆਪਣੇ ਪੰਜਾਬ ਹਰਿਆਣਾ ਵਾਲੇ ਪਾਸੇ ਦੇਖ ਲਓ। ਸੋ ਇਸ ਚੀਜ਼ ਦੀ ਨਜ਼ਾਕਤ ਨੂੰ, ਇਸ ਚੀਜ਼ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੁਪਰੀਮ ਕੋਰਟ ਨੇ ਇਹ ਤਾਂ ਆਪਸ਼ਨ ਦਿੱਤੀ ਹੈ। ਅਦਰਵਾਈਜ਼ ਸੁਪਰੀਮ ਕੋਰਟ ਨੂੰ ਕੀ ਲੋੜ ਪਈ ਸੀ ਜਾਂ ਉਹਨਾਂ ਦੇ ਕੀ ਦਬਾਅ ਹੈ ਕਿ ਆਪਣੇ ਹੀ ਫੈਸਲੇ ਦੇ ਉੱਤੇ ਉਹਨਾਂ ਨੂੰ ਸਰਕਾਰਾਂ ਦੀ ਵਫਦਾਂ ਨੂੰ ਬਿਠਾਉਣਾ ਪੈ ਰਿਹਾ। ਇਹ ਵੀ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਵਿੱਚ ਨਹੀਂ ਹੁੰਦਾ ਵੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੋਵੇ ਫਿਰ ਵੀ ਕਹਿ ਰਿਹਾ ਹੋ ਵੀ ਯਾਰ ਸਾਡਾ ਫੈਸਲਾ ਇਹ ਹੈ, ਲੇਕਿਨ ਤੁਸੀਂ ਫਿਰ ਵੀ ਬੈਠ ਕੇ ਰਾਜੀਨਾਮਾ ਕਰ ਲਓ। ਹੁਣ ਰਾਜੀਨਾਮਾ ਕਰਨ ਦੀ ਜਿਹੜੀ ਸਮਰੱਥਾ, ਅਕਲ ਤੇ ਜਿਹੜੀ ਸ਼ਕਤੀ ਹੈ ਉਹ ਤਾਂ ਇਹ ਦੋਵੇਂ ਰਾਜਾਂ ਦੇ ਲੀਡਰਾਂ ਦੇ ਵਿੱਚ ਹੋਣੀ ਚਾਹੀਦੀ ਹੈ ਵੀ ਤੁਸੀਂ ਮਸਲੇ ਨੂੰ ਹੱਲ ਕਰਨਾ ਹੈ ਜਾਂ ਇਹਨੂੰ ਲਟਕਣ ਦੇਣਾ ਤਾਂ ਕਿ ਤੁਹਾਡੀ ਸਿਆਸੀ ਰੋਟੀਆਂ ਜਿਹੜੀਆਂ ਤੁਸੀਂ ਦਹਾਕਿਆਂ ਤੋਂ ਸੇਕਦੇ ਆਏ ਹੋ ਉਹ ਉਵੇਂ ਹੀ ਸਿੱਕਦੀਆਂ ਰਹਿਣ।
ਸੋ ਅੱਜ ਦੇਖੋ ਭਗਵੰਤ ਮਾਨ ਦੀ ਸਰਕਾਰ ਹੈ, ਕੁਝ ਮਹੀਨੇ ਹੋਏ ਨੇ, 9 ਮਹੀਨੇ ਹੋ ਚੁੱਕੇ ਨੇ, 9-10 ਮਹੀਨੇ, ਲੇਕਿਨ ਇਹਨਾਂ ਦੇ ਲਈ ਦੁਵਿਧਾ ਇਹ ਹੈ ਕਿ ਇਹਨਾਂ ਕੋਲ ਇੱਕ ਤਾਂ ਇਸ ਇਸ਼ੂ ਦੇ ਮੁਤਲਕ ਜਿਹੜੀ ਕੰਸੈਂਸਸ ਹੋਣਾ ਚਾਹੀਦਾ ਸੀ ਪਾਰਟੀਆਂ, ਕੋਈ ਕੰਸੈਂਸਸ ਆਪਸ ਹੈ ਨਹੀਂ, ਪਾਰਟੀਆਂ ਦੇ ਆਪਣੇ ਆਪ ਦੇ ਵਿੱਚ ਵੀ ਕੰਸੈਂਸਸ ਨਹੀਂ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਕੋਲ ਉਹ ਰਾਜਨੀਤਿਕ ਸਪੋਰਟ ਨਹੀਂ ਹੈ। ਮੌਕਾ ਮਿਲਿਆ ਆਮ ਆਦਮੀ ਪਾਰਟੀ ਨੂੰ, ਜਿਹੜੀ ਤੀਜੀ ਧਿਰ ਜਿਹੜੀ ਹੁਣ ਪਹਿਲੀ ਵਾਰ ਸੱਤਾ ਕਾਬਜ ਹੈ ਪੰਜਾਬ 'ਚ, ਉਹਨੂੰ ਉਹਦੇ ਕੋਲੇ SYL ਨੂੰ ਲੈ ਕੇ ਕੁਝ ਕਹਿਣ ਨੂੰ ਵੀ ਨਹੀਂ ਹੈ, ਹਿਸਟਰੀ ਨਹੀਂ ਹੈ। ਅਕਾਲੀ ਦਲ ਕੋਲੇ ਹੈ, ਕਾਂਗਰਸ ਕੋਲੇ ਹੈ, ਕਿ ਉਹ ਵੀ ਚਾਹੁੰਦੇ ਨੇ ਵੀ ਉਹਨਾਂ ਕੋਲੇ ਵੀ ਇੱਕ ਤਰਕ ਹੋਵੇ, ਗੱਲ ਹੋਵੇ, ਪ੍ਰੈਜੈਂਟੇਸ਼ਨ ਹੋਵੇ ਵੀ ਅਸੀਂ ਇਹ ਸਟੈਂਡ ਲੈਂਦੇ ਆਏ ਹਾਂ ਪਾਣੀ ਦੇ ਮਸਲੇ ਦੇ ਉੱਤੇ। नहीं, ऐसा नहीं है कि ਉਹਨਾਂ ਕੋਲ ਦੇਖੋ ਉਹ ਪਾਰਟੀ ਨਵੀਂ ਨੇ, ਜਮਾਤ ਨਵੀਂ ਹੋ ਸਕਦਾ, ਲੇਕਿਨ ਇਤਿਹਾਸ ਤਾਂ ਉਹਨਾਂ ਕੋਲ ਹੈ, ਤੇ ਇਤਿਹਾਸ ਦੇ ਵਿੱਚ ਹੀ ਭਗਵੰਤ ਮਾਨ ਉਹਨਾਂ ਨੇ ਬੜਾ ਇੱਕ ਰੈਲੇਵੈਂਟ ਢੁਕਵਾਂ ਪੁਆਇੰਟ ਦੱਸਿਆ ਵੀ ਕੈਪਟਨ ਅਮਰਿੰਦਰ ਸਿੰਘ ਤਾਂ SYL ਦਾ ਟੱਕ ਲਾ ਰਿਹਾ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਤੇ ਦੇਵੀ ਲਾਲ ਦੇ ਵਿੱਚ ਜਿਹੜਾ 2 ਕਰੋੜ ਦਾ ਲੈਣ ਦੇਣ ਹੋਇਆ ਸੀ, ਜਿਹਦਾ ਜ਼ਿਕਰ ਦੇਵੀ ਲਾਲ ਨੇ ਵੀ ਕੀਤਾ। ਸੋ ਉਹ ਜਿਹੜੇ ਲੀਡਰ ਜਿਹੜੇ ਪੰਜਾਬ ਦੇ ਹਿੱਤਾਂ ਨੂੰ ਕੰਪਰੋਮਾਈਜ਼ ਕਰਦੇ, ਉਸ ਤੋਂ ਪਹਿਲਾਂ ਦਰਬਾਰਾ ਸਿੰਘ ਦੀ ਭੂਮਿਕਾ ਕੀ ਸੀ? ਪਾਰਟੀ ਉਹਨਾਂ ਕੋਲ ਇਤਿਹਾਸ ਨਹੀਂ ਹੈਗਾ, ਕੋਈ SYL ਦੀ ਸਟਰਗਲ ਨਹੀਂ ਹੈਗੀ। ਪਾਰਟੀ ਨਵੀਂ ਕੈਪਟਨ ਅਮਰਿੰਦਰ ਸਿੰਘ ਕੋਲ ਹੈਗਾ, ਨਹੀਂ ਪਾਰਟੀ ਨਵੀਂ ਹੈ ਨਹੀਂ, ਲੇਕਿਨ ਇਤਿਹਾਸ ਦੇ ਨਾਲ ਲਾਇਬਿਲਿਟੀਜ਼ ਵੀ ਨਾ ਹੈਗੀਆਂ। ਹੁਣ ਕੈਪਟਨ ਅਮਰਿੰਦਰ ਸਿੰਘ ਉਸ ਅਖਬਾਰ ਦਾ ਇਸ਼ਤਿਹਾਰ ਨੂੰ ਫਾੜ ਕੇ ਸਿੱਟ ਤਾਂ ਸਕਦੇ ਨਹੀਂ, ਜਾਂ ਡਿਨਾਈ ਨਹੀਂ ਕਰ ਸਕਦੇ ਵੀ ਇਹ ਤਾਂ ਇਸ਼ਤਿਹਾਰ ਮੇਰੇ ਸਮਰਥਕਾਂ ਜਾਂ ਮੇਰੇ ਵੱਲੋਂ ਨਹੀਂ ਛਾਪਿਆ ਗਿਆ, ਜਿਸ ਵਿੱਚ ਇੰਦਰਾ ਗਾਂਧੀ ਦਾ ਟੱਕ ਲਾਉਣ ਦੇ ਮੌਕੇ ਸਵਾਗਤ ਉਹਨਾਂ ਨੇ ਕੀਤਾ ਹੋਵੇ। ਫਿਰ ਬੇਸ਼ੱਕ ਉਹਨਾਂ ਨੇ ਆਪਣੇ ਜਿਹੜਾ ਸਿਆਸੀ ਤੌਰ ਉੱਤੇ ਉਹਨਾਂ ਨੇ ਪੰਜਾਬ ਦੇ ਨਾਲ, ਮੈਂ ਤਾਂ ਕਹਾਂਗਾ ਜੇ ਆਪਾਂ ਇਸੇ ਟਰਮ ਦੇ ਵਿੱਚ ਆਪਾਂ ਥੋੜਾ ਜਿਹਾ ਇਮੋਸ਼ਨਲ ਹੋ ਕੇ, ਮੈਂ ਪੱਤਰਕਾਰ ਹੋ ਕੇ ਨਾਮ ਦੇ ਪੰਜਾਬ ਦੇ ਹਿੱਤ ਦੀ ਗੱਲ ਜ਼ਿਆਦਾ ਕਰਾਂ, ਤੇ ਮੈਂ ਕਹਾਂ ਜੀ ਪੰਜਾਬ ਨਾਲ ਧਰੋਹ ਕੀਤਾ ਸੀਗਾ ਜੀ 1981 ਦੇ ਵਿੱਚ, ਉਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ 2004-5 ਦੇ ਵਿੱਚ, ਜਦੋਂ ਤੁਸੀਂ ਪਾਣੀਆਂ ਦਾ ਸਮਝੌਤੇ ਰੱਦ ਕੀਤੇ, ਫਿਰ ਕਿਹਾ ਵੀ ਮੈਂ ਪਾਣੀਆਂ ਦਾ ਰਾਖਾ ਹੈ। ਸੇਮ ਸਿਚੁਏਸ਼ਨ ਬਾਦਲਾਂ ਲਈ ਅਪਲਾਈ ਹੁੰਦੀ ਹੈ ਵੀ ਇਹਨਾਂ ਨੇ ਵੀ ਆਪਣੀ ਜਿਹੜੀ ਨੇੜਤਾਵਾਂ ਸੀ, ਯਾਰੀਆਂ ਦੋਸਤੀਆਂ ਸਨ ਚੌਟਾਲੇ ਪਰਿਵਾਰ ਦੇ ਨਾਲ, ਉਹ ਨਿਭਾਈਆਂ। ਅੱਜ ਗੁੜਗਾਉਂ ਦੇ ਵਿੱਚ ਇਹਨਾਂ ਦੀਆਂ ਸੰਪਤੀਆਂ ਨੇ, ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਹਨਾਂ ਦਾ ਚੰਗਾ ਵਿਵਹਾਰ ਹੈ ਡਿਸਪਾਈਟ ਪੋਲੀਟੀਕਲ ਡਿਫਰੈਂਸਿਸ। ਸੋ ਅੱਜ ਲੋਕਾਂ ਨੂੰ ਐਕਸਪਲੇਨ ਕਰਨਾ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇਤਿਹਾਸ ਦੇ ਨਾਲ ਲਾਇਬਿਲਿਟੀਜ਼ ਵੀ ਨੇ, ਉਹਦਾ ਬੈਗ ਐਂਡ ਬੈਗੇਜ ਇਕੱਠਾ ਹੀ ਲੈ ਕੇ ਤੁਰਦੇ ਪਏ ਨੇ। ਸੋ ਅਜਿਹਾ ਨਹੀਂ ਹੈ, ਹਾਂ ਠੀਕ ਹੈ, ਜਿਹੜੀ ਪਾਰਟੀ ਨਵੀਂ ਆ ਉਹਦੇ ਕੋਲ ਥੋੜੀ ਜਿਹੀ ਇਹਨਾਂ ਇਸ਼ੂਜ਼, ਮਿਸਾਲ ਦੇ ਤੌਰ ਤੇ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ SYL ਤੇ ਇੱਕ ਸਵਾਲ ਕਿਸੇ ਨੇ ਪੁੱਛ ਲਿਆ, ਉਹ ਮੰਤਰੀ ਚੁੱਪ ਹੀ ਕਰ ਗਏ, ਉਹ ਕਹਿੰਦੇ ਜੀ ਨੋ ਕਮੈਂਟਸ। ਹੁਣ ਇਸ ਤਰੀਕੇ ਦੀ ਜੇ ਸਮਝ ਲੈ ਕੇ ਮੰਤਰੀ ਤੁਰਨਗੇ ਤਾਂ ਫਿਰ ਮੈਂ ਇਸੇ ਵਾਸਤੇ ਕਹਿ ਰਿਹਾ ਕਿ ਤੁਸੀਂ ਟੇਬਲ ਤੇ ਬੈਠੋਗੇ ਤਾਂ ਕੁਝ ਅਜਿਹਾ ਬੈਕਗ੍ਰਾਉਂਡ ਲੈ ਕੇ ਬੈਠੋਗੇ ਤੇ ਕੋਈ ਸੋਲੂਸ਼ਨ ਲੈ ਕੇ ਬੈਠੋਗੇ, ਲੇਕਿਨ ਉਹ ਸੋਲੂਸ਼ਨ ਜੇ ਹੋਵੇ ਵੀ ਇਨ ਦ ਬੈਸਟ ਵਿਜ਼ਡਮ, ਜੇ ਕੋਈ ਅਫਸਰ, ਕੋਈ ਬਿਊਰੋਕਰੈਟ, ਕੋਈ ਟੈਕਨੋਕਰੈਟ, ਕੋਈ ਐਕਸਪਰਟ, ਕੋਈ ਪਾਣੀਆਂ ਦਾ ਮਾਹਰ, ਜੇ ਕੋਈ ਸਲਾਹ ਸਰਕਾਰ ਨੂੰ ਜਾਂ ਕਿਸੇ ਮੁੱਖ ਮੰਤਰੀ ਨੂੰ ਚੰਗੀ ਦੇ ਵੀ ਦੇਵੇ, ਜੇ ਆਪਾਂ ਇਹ ਗਿਵ ਐਂਡ ਟੇਕ ਕਰੀਏ, ਆਪਾਂ ਨੈਗੋਸ਼ੀਏਟ ਕਰੀਏ, ਤਾਂ ਤੁਹਾਨੂੰ ਲੱਗਦਾ ਕਿ ਪੋਲੀਟੀਕਲੀ ਉਸ ਮੰਤਰੀ ਦਾ, ਮੁੱਖ ਮੰਤਰੀ ਦਾ ਜਲੂਸ ਨਹੀਂ ਕੱਢ ਦੇਣਗੇ? ਸਾਡੇ ਇੱਥੇ ਤਾਂ ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ ਨਾ, ਹਾਈਪ ਕ੍ਰੀਏਟ ਕੀਤੀ ਜਾਂਦੀ, ਪ੍ਰੋਪੇਗੈਂਡਾ ਜ਼ਿਆਦਾ ਹੁੰਦਾ। ਸੋ ਉਹੀ ਪੋਲੀਟੀਕਲ ਪਾਰਟੀਆਂ, ਉਹਨਾਂ ਨੇ ਇਸ ਸਰਕਾਰ ਨੂੰ ਇਹ ਕਹਿ ਕੇ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਆਪਾਂ ਵੀ ਕਹਿ ਰਹੇ ਵੀ ਸਰਕਾਰ ਤਾਂ ਨਵੀਂ ਹੈ ਜੀ, ਇਹਨਾਂ ਕੋਲ ਬੈਕਗ੍ਰਾਉਂਡ ਨਹੀਂ ਹੈ, ਇਹ ਇਮੈਚੁਰ ਹੈਗੇ ਨੇ, ਸੋ ਇਹਨਾਂ ਤੋਂ ਕੋਈ ਗਲਤੀ ਹੋਈ ਨਹੀਂ ਕਿ ਇਹਨਾਂ ਦੇ ਵਿਰੋਧੀਆਂ ਨੇ ਇਹਨੂੰ ਛੱਡਣਾ ਨਹੀਂ। ਇਹੀ ਕਾਰਨ ਹੈ ਕਿ ਅੱਜ ਟੇਬਲ ਤੇ ਬੈਠੇ ਨੇ, ਤੇ ਲੇਕਿਨ ਉਹੀ ਗੱਲਾਂ, ਉਹੀ ਜੁਮਲੇ, ਉਹੀ ਚੀਜ਼ਾਂ ਕਹਿ ਕੇ ਟੇਬਲ ਤੋਂ ਉੱਠ ਰਹੇ ਨੇ ਜੋ ਕਿ ਇਹਨਾਂ ਦੇ ਪ੍ਰੈਡੀਸੈਸਰਸ ਕਰਦੇ ਆਏ ਨੇ। ਨਾਲਾ ਦਾ ਉੱਥੇ ਦਾ ਉੱਥੇ ਹੀ ਹੈ, ਹੱਲ ਕਰਨ ਵੱਲ ਕਿਸੇ ਦੀ ਨੀਅਤ ਨਹੀਂ ਹੈ। ਜਦੋਂ ਕਿ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਸੁਪਰੀਮ ਕੋਰਟ, ਹਰਿਆਣਾ ਗਵਰਨਮੈਂਟ, ਕੇਂਦਰ ਸਰਕਾਰ ਚਾਰੇ ਹੈਗੇ ਨੇ ਕਿ ਇਸ ਮਸਲੇ ਦਾ ਕੋਈ ਸਿਆਸੀ ਹੱਲ ਕੱਢੀਏ, ਲੇਕਿਨ ਪੰਜਾਬ ਦੀ ਜਿਹੜੀ ਸਾਡੀ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੇ ਵਿੱਚ ਹਲੇ ਕੋਈ ਅਜਿਹੀ ਸਮਝ ਬਣ ਨਹੀਂ ਪਾਈ ਹੈ। ਐਂਡ ਇਹ ਚੀਜ਼ ਕਹਿ ਦੇਣਾ ਕਿ ਜੀ ਪਾਣੀ ਹੈ ਹੀ ਨਹੀਂ, ਅਸੀਂ ਇੱਕ ਬੂੰਦ ਵੀ ਪਾਣੀ ਕਿਵੇਂ ਦੇਣਾ ਹੈ, ਇਹ ਗੱਲ ਠੀਕ ਹੈ, ਆਪਣੀ ਜਗ੍ਹਾ ਇਹ ਲੌਜਿਕ ਹੋ ਸਕਦਾ ਹੈ, ਲੇਕਿਨ ਇਹ ਤਾਂ ਫਿਰ ਹੁਣ ਅਦਾਲਤਾਂ ਦੇ ਵਿੱਚ ਜੇ ਆਪਾਂ ਕੇਸ ਹਾਰ ਚੁੱਕੇ ਹਾਂ, ਸਾਡਾ ਕੇਸ ਕਾਨੂੰਨੀ ਪੱਖ ਜੇ ਕਮਜ਼ੋਰ ਹੈ, ਤਾਂ ਫਿਰ ਇਹ ਚੀਜ਼ਾਂ ਨੂੰ ਆਪਾਂ ਕਿੰਨਾ ਕੁ ਸਾਬਤ ਕਰ ਲਾਂਗੇ, ਕਿੰਨਾ ਕੁ ਸਥਾਪਿਤ ਕਰ ਲਾਂਗੇ, ਤੇ ਕਿੰਨਾ ਹੋਰਾਂ ਨੂੰ ਸਮਝਾ ਸਕਦੇ ਆ। ਹੁਣ ਇਹ ਵੀ ਦੇਖਣਾ ਹੋਏਗਾ, ਜੇ ਲੱਗਦਾ ਸਰਕਾਰ ਨੂੰ ਕਿ ਨਹੀਂ, ਅਸੀਂ ਸੁਪਰੀਮ ਕੋਰਟ ਜਾਂ ਕਿਸੇ ਨਵੇਂ ਟ੍ਰਿਬਿਊਨਲ ਨੂੰ ਬਣਵਾ ਕੇ ਜਾਂ ਉਸ ਟ੍ਰਿਬਿਊਨਲ ਦੇ ਸਾਹਮਣੇ ਆਪਣੀ ਤਕਰੀਰਾਂ ਰੱਖ ਕੇ ਇਹ ਗੱਲ ਦੇ ਵਿੱਚ ਮੋੜਾ ਲਿਆ ਦਾਂਗੇ, ਫਰਕ ਪਾ ਦਾਂਗੇ, ਸੁਪਰੀਮ ਕੋਰਟ ਦੇ ਬਣੇ ਹੋਏ ਫੈਸਲਿਆਂ ਨੂੰ ਬਦਲਵਾ ਸਕਾਂਗੇ, ਤਾਂ ਫਿਰ ਚੰਗੀ ਗੱਲ ਹੈ। ਜੇ ਇਹ ਚੀਜ਼ ਹੋ ਸਕਦੀ ਹੈ ਤਾਂ ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੋਏਗੀ, ਲੇਕਿਨ ਇਹ ਹੋਣਾ ਨਹੀਂ ਹੈ, ਕਿਉਂਕਿ 25 ਸਾਲਾਂ ਤੋਂ ਇਹ ਹੋ ਨਹੀਂ ਪਾਇਆ। ਆਪਾਂ ਲਗਾਤਾਰ ਲੜਾਈਆਂ ਹਾਰੀਆਂ ਨੇ, ਉਹ ਹਾਰਦੀਆਂ ਹੋਈਆਂ ਲੜਾਈਆਂ ਦੇ ਵਿੱਚ ਆਪਣੇ ਲਈ ਕੀ ਬਚਾਣਾ ਹੈ, ਇੱਕ ਜਿਹੜਾ ਰਾਜ ਧਰਮ ਹੈ ਉਹੀ ਕਹਿੰਦਾ ਕਿ ਲੈਟਸ ਗੈਟ ਦ ਬੈਸਟ ਆਊਟ ਆਫ ਵਾਟ ਸਿਚੁਏਸ਼ਨ ਵੀ ਆਰ ਪੁੱਟ ਇਨ। ਸੋ ਉਹਦੇ ਲਈ ਉਹ ਇੱਛਾ ਸ਼ਕਤੀ, ਮੈਨੂੰ ਲੱਗਦਾ ਹੈ, ਮੈਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਆਸੀ ਇੱਛਾ ਸ਼ਕਤੀ, ਸਾਰੀ ਪਾਰਟੀਆਂ ਅਕ੍ਰੋਸ ਦਾ ਬੋਰਡ ਇਕੱਠੇ ਬੈਠ ਕੇ ਰਾਜੀ ਨਹੀਂ, ਇੱਕ ਦੂਸਰੇ ਨੂੰ ਡਿਸਕ੍ਰੈਡਿਟ ਕਰਨਾ ਚਾਹੁੰਦੇ ਨੇ ਵੀ ਉਹ ਕੁਝ ਫੈਸਲਾ ਲਵੇ ਤੇ ਅਸੀਂ ਉਸ ਉੱਤੇ ਨੁਕਤਾਚੀਨੀ ਕਰੀਏ। ਜੇ ਇਸੇ ਨੀਅਤ ਦੇ ਨਾਲ, ਹਰਿਆਣਾ ਦੇ ਵਿੱਚ ਵੀ ਇਹੀ ਸਥਿਤੀ ਹੈ, ਇਸੇ ਨੀਅਤ ਦੇ ਨਾਲ ਤੁਸੀਂ ਲੜਾਈਆਂ ਲੜਦੇ ਹੋ ਤਾਂ ਫਿਰ ਸੋਲੂਸ਼ਨ ਵਾਲੇ ਪਾਸੇ ਤੁਸੀਂ ਤੁਰ ਨਹੀਂ ਪਾਉਂਦੇ ਹੋ। ਇਹੀ ਕਾਰਨ ਹੈ ਕਿ ਇਹ ਮੁੱਦਾ ਇੰਨੇ ਦਹਾਕਿਆਂ ਤੋਂ ਉਵੇਂ ਦਾ ਉਵੇਂ ਲਟਕਦਾ ਪਿਆ। ਅਦਾਲਤਾਂ ਵੀ ਹੁਣ ਕਨਫਿਊਜ਼ ਹੋ ਚੁੱਕੀਆਂ ਨੇ, ਸੁਪਰੀਮ ਕੋਰਟ ਨੇ ਵੀ ਹੱਥ ਖੜੇ ਕਰਤੇ ਹੈ ਕਿ ਵੀ ਤੁਸੀਂ ਟੇਬਲ ਤੇ ਬਹਿ ਕੇ ਸੁਲਝਾ ਲਓ, ਸਾਡੇ ਫੈਸਲੇ ਦਾ ਤਾਂ ਕੋਈ ਅਸਰ ਨਹੀਂ। ਹਾਂ, ਕੱਲ ਨੂੰ ਕੋਈ ਐਕਸਟ੍ਰੀਮ ਸਿਚੁਏਸ਼ਨ ਆਉਂਦੀ ਹੈ ਤਾਂ ਫਿਰ ਫੈਸਲੇ
ਮੈਂ ਦੱਸਦਾ ਵੀ ਸੰਵਿਧਾਨ ਦੀ ਆਰਟੀਕਲ 356 ਕਨਸਟੀਟਿਊਸ਼ਨਲ ਬ੍ਰੇਕਡਾਊਨ ਦਾ ਹਵਾਲਾ ਦੇ ਕੇ ਸਰਕਾਰਾਂ ਤੋੜੀਆਂ ਵੀ ਜਾ ਸਕਦੀਆਂ ਨੇ, ਕੋਈ ਅਜਿਹੀ ਗੱਲ ਨਹੀਂ ਹੈ, ਇਹ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਹੈ। ਸੋ ਇਸ ਚੀਜ਼ ਦੇ ਪੱਖੋਂ ਵੀ ਇੱਕ ਐਕਸਟ੍ਰੀਮ ਸਿਚੁਏਸ਼ਨ ਜਦੋਂ ਬਣਦੀ ਹੈ ਉਸ ਵਕਤ ਇਸ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਰਹੇਗੀ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਇਸ਼ੂ ਨੂੰ ਐਡਰੈਸ ਕਰਨ ਵਾਸਤੇ, ਉਸ ਦੇ ਉੱਤੇ ਪਰਸਪੈਕਟਿਵ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਜਿਵੇਂ ਰਿਤੇਸ਼ ਲੱਖੀ ਜੀ ਨੇ ਕਿਹਾ ਵੀ ਬਹੁਤ ਸਾਲ ਹੋ ਗਏ ਉਹਨਾਂ ਨੂੰ ਇਹ ਕੇਸ ਨੂੰ ਦੇਖਦੇ ਹੋਏ, SYL ਨੂੰ ਦੇਖਦੇ ਹੋਏ, ਪਰ ਕੋਈ ਵੀ ਸੋਲਿਊਸ਼ਨ ਐਮਿਕੇਬਲੀ ਨਹੀਂ ਮਿਲਣਾ, ਕਿਉਂਕਿ ਇਸ ਦੇ ਉੱਤੇ ਬਹੁਤ ਜ਼ਿਆਦਾ ਰਾਜਨੀਤੀ ਪੋਲਿਟਿਕਸ ਹੁੰਦੀ ਹੈ। ਤਾਂ ਹੁਣ ਦੇਖਣਾ ਇਹ ਹੋਵੇਗਾ ਵੀ ਇਹ ਸਟੇਲਮੇਟ ਕਦੋਂ ਤੱਕ ਚੱਲਦਾ ਹੈ, ਕਿ ਕੋਈ ਐਕਸਟ੍ਰੀਮ ਚੀਜ਼ ਇਸ ਵਿਸ਼ੇ ਦੇ